हित प्रित निकट पठाया। तब जीमक पाताल सिधाया। पुनगा तोरत रंगम राऊ। लख अचरज पसियन चित जाऊ। वाहिगुरु जी का खालसा, वाहिगुरु जी की फतेह। राजन राज पानन पान, देवान देव, उपमा महान सतਿਗੁਰੂ। ਖੰਡਾਂ ਬ੍ਰਹਿਮੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦੀ ਵਿੱਚ ਆਪ ਮਾਈ ਭਾਈ ਗੁਰੂ ਦੇ ਪਿਆਰ ਦਾ ਸਦਕਾ ਗੁਰੂ ਸਾਹਿਬ ਜੀ ਦੀਆਂ ਕਥਾ ਕਹਾਣੀਆਂ ਨੂੰ ਪਿਆਰ ਕਰਦੇ ਹੋ। ਅਸਲ ਵਿੱਚ ਜ਼ਿੰਦਗੀ ਦਾ ਅਸਲ ਮਨੋਰਥ ਹੀ ਹੈ ਕਿ ਗੁਰੂ ਸਾਹਿਬ ਦੇ ਘਰ ਦੀਆਂ ਸਿਫਤਾਂ ਸੁਣ ਕੇ ਬਾਦਸ਼ਾਹੀਆਂ ਨਹੀਂ ਪਾਤਸ਼ਾਹੀਆਂ ਮਿਲਦੀਆਂ। ਮਹਾਰਾਜ ਜਪਜੀ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵੀ ਜਾਇਆ ਕਰਦੇ ਸੀ। ਇੱਕ ਵਾਰ ਮਹਾਰਾਜ ਜਦੋਂ ਲਾਲੋ ਦੇ ਘਰ ਗਏ ਉੱਥੇ ਬਚਨ ਹੋਏ। ਉਹਨਾਂ ਨੇ ਕਿਹਾ, ਕਹਿਣ ਲੱਗੇ ਸਤਿਗੁਰੂ ਮਹਾਰਾਜ ਮੈਂ ਗਰੀਬ ਹਾਂ ਤੇ ਮੇਰੇ ਘਰ ਦੇ ਵਿੱਚ ਪ੍ਰਸ਼ਾਦਾ ਤਾਜ਼ਾ ਕਦੇ ਪੱਕਦਾ ਤੇ ਕਦੇ ਧਿਆਨ ਦਿਆ ਜੇ। ਸਕੂਨ ਜ਼ਿੰਦਗੀ 'ਚ ਚਾਹੀਦਾ, ਬਾਕੀ ਨਹੀਂ ਕੁਛ ਵੀ ਇੱਥੇ ਲੈਣਾ ਆਪਾਂ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਨਾ, ਜਦੋਂ ਮਹਾਰਾਜ ਗਏ ਤੇ ਮਹਾਰਾਜ ਨੇ ਆਵਾਜ਼ ਮਾਰੀ ਬਾਹਰੋਂ। ਹੁਣ ਅੱਜ ਵੀ ਗੁਰੂ ਨਾਨਕ ਆਵਾਜ਼ ਮਾਰੀ ਹੈ ਕਿਹਨੂੰ? ਆਪਾਂ ਸਾਰਿਆਂ ਨੂੰ। ਕਿਉਂਕਿ ਜਿਹਨੂੰ ਆਵਾਜ਼ ਮਾਰੀ ਉਹ ਹੀ ਆ ਸਕਦਾ, ਦੂਜਾ ਨਹੀਂ ਆ ਸਕਦਾ। ਇੱਥੇ ਆਪਾਂ ਭਾਵੇਂ ਕੰਪਲੈਕਸ ਦੇ ਵਿੱਚ ਹੀ ਤੁਰੇ ਫਿਰਦੇ, ਅੰਦਰ ਨਹੀਂ ਆ ਸਕਦੇ। ਜਿੰਨੇ ਆਉਣਾ ਉਹ ਜਲੰਧਰੋਂ ਚੱਲ ਕੇ ਵੀ ਆ ਗਏ ਭਾਵਨਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਆਵਾਜ਼ ਮਾਰਦੇ ਸੰਗਤ ਜੀ ਉਹ ਹੀ ਆ ਸਕਦਾ। ਹੁਣ ਆਪਾਂ ਕਿਸੇ ਦੇ ਘਰ ਉੱਦਾਂ ਨਹੀਂ ਜਾ ਸਕਦੇ, ਆਵਾਜ਼ ਮਾਰੀ ਬੁਲਾਵੇ ਤਾਂ ਜਾਵਾਂਗੇ। ਮਹਾਰਾਜ ਗਏ ਤੇ ਮਰਦਾਨਾ ਜੀ ਨੂੰ ਕਹਿੰਦੇ ਵੀ ਆਵਾਜ਼ ਮਾਰ। ਕਹਿੰਦੇ ਮਹਾਰਾਜ ਮੈਂ ਪਹਿਲੀ ਵਾਰੀ ਇਸ ਨਗਰ 'ਚ ਆਇਆ ਹੈ ਤੇ ਮੈਨੂੰ ਤੇ ਕੋਈ ਜਾਣਦਾ ਨਹੀਂ ਹੈ ਤੇ ਤੁਸੀਂ ਜ਼ਰੂਰ ਮਾਰੋ। ਇਸ ਕਰਕੇ ਰਿਸ਼ਤੇ ਹੁੰਦੇ ਆ ਪੂਰਵ ਜਨਮ ਦੇ। ਜਿੱਦਾਂ ਨਾ ਆਪਣੇ ਪ੍ਰੇਮ ਵਾਲੇ ਇੱਥੋਂ ਸੰਗਤ ਗਈ ਸੀ ਇੰਗਲੈਂਡ, ਉੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਸੀ ਮਹਾਂਪੁਰਖਾਂ ਦੇ, ਤੇ ਬੜੇ ਬਜ਼ੁਰਗ ਹੋ ਗਏ, ਬੜੇ ਵਿਦਿਆਰਥੀ ਉਹਨਾਂ ਉੱਥੇ ਬਾਹਰ ਤਿਆਰ ਕੀਤੇ, ਸੰਥਿਆ ਕਰਾਈ। ਤੇ ਉਹ ਇੱਥੋਂ ਪਰਿਵਾਰ ਆਪਣੇ ਲੋਹੀਆਂ ਲਾਗੋਂ ਹੀ ਗਿਆ ਤੇ ਪਹਿਲਾਂ ਤਾਂ ਇਟਲੀ ਸੀ ਸਾਰੇ, ਤੇ ਉਹ ਉਹਨਾਂ ਦਾ ਬੇਟਾ ਉੱਥੇ ਤੇ ਚਲੇ ਗਏ। 25-30 ਦਿਨ ਉਹਨਾਂ ਨੂੰ ਬੜੀ ਸੇਵਾ ਵੱਡੀ ਮਿਲੀ ਮਹਾਂਪੁਰਖਾਂ ਦੀ। ਤੇ ਜਦੋਂ ਮਹਾਂਪੁਰਖ ਕਾਲ ਚਲਾਣਾ ਕਰਦੇ ਤੇ ਉਹਨਾਂ ਨੂੰ ਸੁਭਾਗ ਮਿਲਿਆ ਉਹਨਾਂ ਦੇ ਕੋਲੇ ਬਹਿਣ ਦਾ। ਤੇ ਉਹ ਭੈਣ ਜੀ ਕਹਿਣ ਲੱਗੇ ਵੀ ਅਸੀਂ ਹੱਥ ਜੋੜ ਕੇ ਕਿਹਾ ਕਿ ਮਹਾਂਪੁਰਖੋ ਅਸੀਂ ਕਿੱਥੇ ਜੰਮੇ, ਕਿੱਥੇ ਵਿਆਹੇ, ਕਿੱਥੋਂ ਦਾ ਵੀਜ਼ਾ ਤੇ ਕਿੱਧਰ ਆ ਗਏ ਤੁਹਾਡੇ ਕੋਲੇ? ਤੇ ਕਹਿੰਦੇ ਮਹਾਂਪੁਰਖ ਹੱਸਦੇ ਹੱਸਦੇ ਕਹਿੰਦੇ ਇਹ ਅੱਜ ਥੋੜਾ, ਇਹ ਤਾਂ ਗੁਰੂ ਨਾਨਕ ਦੇ ਵੇਲੇ ਤੋਂ ਹੀ ਚੱਲੇ ਆਉਣੇ ਆ। ਕਹਿੰਦੇ ਜਦੋਂ ਅਸੀਂ ਆਖਿਆ ਕੀ? ਕਹਿੰਦੇ ਮੁੜ ਕੇ ਗੱਲ ਬਦਲ ਗਈ, ਨੱਪ ਕੇ ਗੱਲ ਨੂੰ ਨਿਕਲ ਗਈ ਅੰਦਰੋਂ। ਇਹ ਜਿਹੜੀਆਂ ਗੁਰੂ ਸਾਹਿਬ ਦੇ ਘਰ ਦੀਆਂ ਸੇਵਾਵਾਂ ਇਹ ਆਪਾਂ ਨੂੰ ਇਹ ਕਿਤੇ ਪਹਿਲੀ ਜਨਮ ਥੋੜਾ ਮਿਲੀਆਂ। ਪਤਾ ਨਹੀਂ ਕਿੰਨੇ ਕੁ ਅੱਗੇ ਵੀ ਕਿਤੇ ਸੇਵਾ ਸਿਮਰਨ ਕੀਤੀ ਭਾਵਨਾ, ਜਿੱਥੇ ਸਤਿਗੁਰਾਂ ਦੇ ਤੁਸੀਂ ਪ੍ਰੇਮੀ ਬਣੇ ਹੋ। ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਤਾਂ ਹੀ ਕਰਦੇ ਨੇ ਪੂਰਬ ਜਨਮ ਕੇ। ਤੇ ਇਹ ਵੀ ਸਾਖੀ ਬਜ਼ੁਰਗਾਂ ਨੇ ਪੜ੍ਹੀ ਹੈ ਕਿ ਜਦੋਂ ਮਹਾਰਾਜ ਜੀ ਲਾਲੋ ਦੇ ਘਰ ਗਏ ਸੀ ਤੇ ਮਹਾਰਾਜ ਕਹਿੰਦੇ ਲਾਲੋ ਅਜੇ ਪਿਛਲਾ ਹਿਸਾਬ ਕਿਤਾਬ ਰਹਿੰਦਾ। ਤੇ ਮਹਾਰਾਜ ਨੂੰ ਉਹਨਾਂ ਨੇ ਕਹਿਤਾ ਸੀ ਬਾਬਾ ਮੇਰਾ ਪਰਦਾ ਨਾ ਖੋਲੀ, ਆਪਣੀ ਪ੍ਰੇਮ ਨੂੰ ਪਰਦੇ 'ਚ ਹੀ ਰਹਿਣ ਦੇ, ਲੋਕਾਂ ਦੇ ਸਾਹਮਣੇ ਨਾ ਖੋਲੀ। ਇਹ ਬਚਨ ਲਿਖੇ ਹੈ। ਉੱਥੇ ਫਿਰ ਮਹਾਰਾਜ ਨੇ ਆਵਾਜ਼ ਮਾਰੀ, ਕਹਿੰਦੇ ਵੇ ਲਾਲੋ ਘਰੇ ਹੀ ਆ। ਤੇ ਅੰਦਰ ਕੰਮ ਕਰਦਾ ਸੀ ਤੇਸੀ ਦੇ ਨਾਲ ਆਪਣੀ ਲੱਕੜ ਦਾ। ਕਹਿੰਦਾ ਕੌਣ? ਅੱਗੋਂ ਆਵਾਜ਼ ਦਿੱਤੀ ਕੌਣ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਕੌਣ ਹੋ ਗਏ ਆ? ਕਿੰਨੇ ਕਰਮ ਸੀ ਤੁਹਾਡੇ ਆਪਣੇ? ਮਹਾਰਾਜ ਜੀ ਕਹਿੰਦੇ ਵੇ ਲਾਲੋ, ਵੇ ਸ਼ਬਦ ਮਾਂ ਵਰਤਦੀ ਹੈ, ਹੋਰ ਕੋਈ ਰਿਸ਼ਤਾ ਨਹੀਂ ਵੇ ਆਖੂਗਾ। ਤੇ 7 ਵਾਰੀ ਮਹਾਰਾਜ ਨੇ ਆਖਿਆ ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ।
ਤੇ ਇਸ ਕਰਕੇ ਮਹਾਰਾਜ ਕਹਿੰਦੇ ਹੁਣ ਅਸੀਂ ਕੌਣ ਆ? ਕਹਿੰਦੇ ਮਹਾਰਾਜ ਫਿਰ ਵੀ ਦੱਸੋ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਮੁਸਾਫਰ। ਗੱਲਾਂ ਬੜੀਆਂ ਪਿਆਰੀਆਂ। ਪਹਿਲਾਂ ਆਵਾਜ਼ ਮਾਰੀ ਵੇ ਲਾਲੋ ਘਰੇ ਹੀ ਆ, ਅੱਗੋਂ ਜਵਾਬ ਆਇਆ ਕੌਣ? ਤੁਸੀਂ ਆਵਾਜ਼ ਮਾਰੀ ਕਦੇ ਗੁਰੂ ਸਾਹਿਬ? ਕਦੇ ਭਾਵਨਾ ਨਾ ਵੀ ਅੱਜ ਗੱਲ ਕਰਕੇ ਆਉਣੀ, ਭਾਵਨਾ ਜੀ ਸਭ ਕੁਝ। ਮਹਾਰਾਜ ਨੂੰ ਅੱਗੋਂ ਕਹਿੰਦੇ ਕੌਣ? ਮੇਰੇ ਸਾਹਿਬ ਜੀ ਕਹਿੰਦੇ ਦੋ ਮੁਸਾਫਰ। ਅੱਗੇ ਉਹ ਵੀ ਬੰਦਗੀ ਵਾਲਾ ਸੀ, ਕਹਿੰਦਾ ਬਾਬਾ ਸਾਰੀ ਦੁਨੀਆ ਹੀ ਮੁਸਾਫਰ ਹੈ, ਰਹਿਣਾ ਕਿੰਨੇ ਆ? ਆ ਜਿੰਨੇ ਬੈਠੇ ਮੇਰੇ ਸੀ ਨੇ ਆਪਾਂ ਸਾਰੇ ਪ੍ਰਾਹੁਣੇ ਆ। ਤੇ ਜਿਹੜਾ ਪ੍ਰਾਹੁਣਾ ਹੋਵੇ ਉਹਨੂੰ ਗੁਰਬਾਣੀ 'ਚ ਲਿਖਿਆ ਮਹਾਰਾਜ ਕਹਿੰਦੇ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਪਰ ਕਿਆ ਤੂੰ ਰਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ। ਕਹਿੰਦੇ ਪ੍ਰਾਹੁਣਾ ਕਹਿੰਦਾ ਬਈ ਸੌਂ ਜਾਓ, ਸਵੇਰੇ ਟਾਈਮ ਨਾਲ ਮੈਂ ਬੱਸੇ ਬਹਿਣਾ। ਤੇ ਗੁਰਬਾਣੀ ਆਪਾਂ ਨੂੰ ਕਹਿੰਦੀ ਆ ਜਾ ਕਰ, ਤੂੰ ਵੀ ਪ੍ਰਾਹੁਣਾ ਹੀ ਹੈ। ਪਰ ਕੋਈ 50-60 ਸਾਲ ਦਾ ਪ੍ਰਾਹੁਣਾ ਹੈ, ਤੂੰ ਚੱਲ ਜਾਣਾ ਆਪਣੇ ਦੇਸ਼। ਤੇ ਫਿਰ ਬੰਦੇ ਦਾ ਜੀ ਕਰਦਾ ਸਮਾਧੀ ਲਾਉਣ, ਨਹੀਂ ਤੇ ਟਾਈਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਮੁਸਾਫਰ। ਲਾਲੋ ਅੱਗੋਂ ਕਹਿੰਦਾ ਬਾਪੂ ਸਾਰੀ ਦੁਨੀਆ ਹੀ ਮੁਸਾਫਰ ਹੈ, ਰਹਿਣਾ ਕਿੰਨੇ ਆ? ਮਹਾਰਾਜ ਕਹਿੰਦੇ ਫਿਰ ਹਮ ਸਫਰ ਬਣਨਾ ਹੀ ਸਾਡਾ। ਹਮ ਸਫਰ ਆਪਾਂ ਵੈਸੇ ਜਦੋਂ ਮੈਰਿਜ ਹੁੰਦੀ ਕਹੀ ਨਾ ਵੀ ਹਮ ਸਫਰ ਲੱਭ ਗਿਆ, ਪਰ ਉਹ ਹਮ ਸਫਰ ਨਹੀਂ ਹੈ। ਉਹ ਸੰਜੋਗ ਉਹਦੇ ਨਾਲ ਜੁੜ ਗਏ ਆ ਜਿੰਨੇ ਕੁ ਚਿਰ ਰਹਿਣਾ ਆਪਾਂ। ਹਮ ਮੈਂ ਸਫਰ ਮੈਨੇ ਜਿਹੜਾ ਇਕੱਠਾ ਹੀ ਸਫਰ ਤੇ ਜਾਵੇ ਉਹਨੂੰ ਕਹਿੰਦੇ ਹਮ ਸਫਰ। ਇਹ ਸਫਰ ਤਾਂ ਇੱਥੋਂ ਦਾ ਹੀ ਹੈ ਨਾ, ਜਦੋਂ ਸਾਹ ਜਿਹਾ ਘੁੱਟਿਆ ਤੇ ਸਫਰ ਟੁੱਟ ਜਾਣਾ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ, ਬੜਾ ਪਿਆਰ ਕਰਦੇ ਇੱਕ ਦੂਜੇ ਨੂੰ। ਘਰ ਕੀ ਨਾਰ ਬਹੁਤ ਹਿੱਤ ਜਾਂਸਿਓ ਸਦਾ ਰਹਿਤ 24 ਘੰਟੇ ਕੋਲੇ ਭੱਜੀ ਫਿਰਦੀ ਵਿਚਾਰੀ, ਚਾਹ ਪਾਣੀ ਲੀੜਾ ਕੱਪੜਾ ਆ ਤੁਹਾਡੇ ਇਦਾਂ ਜੀ ਆ ਇਦਾਂ ਕਰਨਾ। ਮਹਾਰਾਜ ਕਹਿੰਦੇ ਜਬ ਹੀ ਹੰਸ ਤਜੀਏ ਕਾਇਆ ਜਿੱਦਨ ਅੱਖਾਂ ਮੀਟੀਆਂ ਭੂਤ 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 ਕਰ ਭਾਗੀ। ਦੋਵੇਂ ਪਾਠ ਹੀ ਹੈ, ਦੋਵੇਂ ਭਗਤੀਆਂ ਰਲ ਗਈਆਂ। ਪ੍ਰੇਤ ਪ੍ਰੇਤ ਕਰ ਭਾਗੀ ਵੀ ਹੈ। ਤੋ ਕਹਿੰਦੇ ਉਸ ਵੇਲੇ ਰਿਸ਼ਤਾ ਸਫਰ ਟੁੱਟ ਜਾਂਦਾ। ਮਹਾਰਾਜ ਕਹਿੰਦੇ ਲਾਲੋ ਹਮ ਸਫਰ ਬਣਨਾ ਸਾਡਾ। ਕਹਿੰਦੇ ਬਾਬਾ ਤੂੰ ਹੈ ਕੌਣ? ਕਹਿੰਦੇ ਵੀ ਬੂਆ ਤੇ ਕੋਲ ਸਾਰੀਆਂ ਗੱਲਾਂ ਬਾਹਰ ਹੀ ਕਰ ਲੈਣੀਆਂ ਆਪੋ ਸਤਨਾਮ। ਅਸੀਂ ਵੀ ਬਾਰੇ ਬਾਰੀ ਗੱਲਾਂ ਕਰਦੇ ਆ, ਕਿਤੇ ਬੂਆ ਖੋਲ ਕੇ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਨਾਲ। ਭ੍ਰਮ ਕੇ ਪਰਦੇ ਸਤਿਗੁਰ ਖੋਲੇ, ਉਹ ਪਰਦਾ ਖੁੱਲਣਾ ਟਾਈਮ ਕੱਢ ਕੇ ਪ੍ਰੇਮ ਦੇ ਵਿੱਚ ਭੱਜੇ ਜਾਂਦੇ ਆ। ਨਹੀਂ ਉਹ ਤੁਸੀਂ ਪ੍ਰੇਮ ਨਾਲ ਆਏ ਹੋ, ਆਪਾਂ ਰੋਜ਼ ਬਾਤਾਂ ਪਾਉਣੇ, ਸਤਿਗੁਰੂ ਸਿਰ ਤੇ ਹੱਥ ਰੱਖਣਾ। ਫਿਰ ਮਹਾਰਾਜ ਅੰਦਰ ਲੈ ਕੇ ਆਏ ਬੈਠੇ। ਜੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੂੰ ਪਾਤਸ਼ਾਹ ਕਿਨੇ ਭੁੱਖ ਲੱਗੀ ਆ ਵੀ ਛਕਾ, ਤੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦੇ ਮਹਾਰਾਜ ਮੇਰੇ ਘਰ ਫੁਲਕਾ ਕਦੇ ਪੱਕਦਾ ਕਦੇ, ਤੇ ਵੇਖ ਲੈਨੇ ਆ ਵੀ ਜੇ ਕਿਤੇ ਬਹਿਆ ਬੋਇਆ ਪਿਆ ਹੋਵੇ। ਤੇ ਉਸ ਵੇਲੇ 3 ਦਿਨਾਂ ਦੀ ਬਈ ਰੋਟੀ ਲੈ ਕੇ ਆਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਦਾਂ ਫੜੀ ਛਕਣ ਲੱਗੇ ਤੇ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਛਕ ਲਾ ਓਏ। ਕਹਿੰਦਾ ਬਾਬਾ ਤੂੰ ਛਕ ਲਾ, ਕਿਉਂਕਿ ਕਈ ਵਾਰੀ ਆਪਾਂ ਭਾਵਨਾ ਨਹੀਂ ਵੇਖਦੇ, ਚੀਜ਼ਾਂ ਵੇਖਦੇ ਆ। ਚੀਜ਼ਾਂ ਨਾ ਵੇਖਿਆ ਕਰੋ, ਵਸਤੂ ਨਹੀਂ ਵੇਖੀ ਦੀ, ਭਾਵਨਾ ਵੇਖਿਆ ਕਰੋ। ਮੇਰੇ ਬਾਬੇ ਨੇ ਭਾਵਨਾ ਵੇਖੀ ਸੀ ਨਾ, ਮਰਦਾਨੇ ਨੇ ਰੋਟੀ ਵੇਖੀ ਸੀ। ਹੈ ਤਾਂ ਦੋਵੇਂ ਯਾਰ ਸੀ ਸਾਡੇ ਲਈ। ਬਾਬਾ ਕਹਿੰਦਾ ਖਾਲਾ ਖਾਲਾ ਕੋਈ ਨਹੀਂ, ਕਿਤੇ ਮੇਵੇ ਬਦਾਮ ਛੁਹਾਰੇ ਕਿਤੇ ਸੁੱਕੀ ਵੀ ਖਾਣੀ ਪੈਂਦੀ ਹੈ। ਕਹਿੰਦੇ ਨਹੀਂ ਬਾਬਾ ਵੈਸੇ ਰੱਜ ਗਿਆ ਵੇ, ਮੂੰਹ ਹੀ ਬਣਾਵਾਂਗੇ। ਮੇਰੇ ਪਾਤਸ਼ਾਹ ਮਹਾਰਾਜ ਨੇ ਹੁਣ ਕਿਰਤੀ ਨੂੰ ਉਜਾਗਰ ਕਰਨਾ ਸੀ। ਪਾਤਸ਼ਾਹ ਨੇ ਜਲ ਵਾਲੇ ਕਟੋਰੇ 'ਚ ਬਿਰਕੀ ਭਈ, ਇੱਕ ਬੁਰਕੀ ਆਪ ਮੁੱਖ 'ਚ ਪਾਈ ਗਰਾਈ, ਤੇ ਮਰਦਾਨੇ ਨੂੰ ਕਹਿੰਦੇ ਚੱਲ ਮੇਰੇ ਪਿਆਰ ਦੀ ਇੱਕ ਖਾਲਾ। ਜਦੋਂ ਮਰਦਾਨੇ ਨੇ ਉਹ ਬੁਰਕੀ ਆਪਣੇ ਮੁੱਖ ਦੇ ਉੱਤੇ ਰੱਖੀ, ਮਰਦਾਨੇ ਦੇ ਕਪਾਟ ਖੁੱਲ ਗਏ। 36 ਪਦਾਰਥਾਂ ਦਾ ਰਸ ਆਇਆ। ਕਹਿੰਦਾ ਬਾਬਾ ਜੀ ਮੈਨੂੰ ਪਤਾ ਹੁੰਦਾ ਤੇ ਮੈਂ ਤੇਰੇ ਵਾਲੀ ਵੀ ਖੋ ਕੇ ਖਾ ਲੈਣੀ ਸੀ। ਮਾਰੇ ਕਹਿੰਦੇ ਇਸੇ ਕਰਕੇ ਤੈਨੂੰ ਮਿਲਾਉਣ ਲਿਆਏ ਆ। ਲੋਕੀ ਬਾਹਰੋਂ ਵੇਖ ਕੇ ਰਿਸ਼ਤੇ ਜੋੜਦੇ ਆ, ਮੈਂ ਅੰਦਰ ਵੇਖ ਕੇ ਰਿਸ਼ਤੇ ਜੋੜਦਾ। ਜਿਹਨੂੰ ਮਾਰੇ ਕਹਿੰਦੇ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬਾ ਕਹਿੰਦਾ ਮਰਦਾਨਿਆ ਸੜ ਗਈ ਸਾਰੀ ਦੁਨੀਆ ਓਏ, ਧਰਤੀ ਸੜਦੀ। ਮਰਦਾਨਾ ਕਹਿੰਦਾ ਬਾਬਾ ਕਿੱਥੇ?
ਕਿੰਨੇ ਸਮੁੰਦਰ ਸੱਤ ਹੈ, ਕਿੰਨੇ ਦਰਿਆ ਦਰਖਤ ਹਰੇ ਭਰੇ, ਕਿੱਥੇ ਸੜ ਗਏ ਮਾਰੇ। ਕਹਿੰਦੇ ਲੱਕੜ ਹਰੀ ਜ਼ਰੂਰ ਹੈ ਪਰ ਵਿੱਚ ਉਹਦੇ ਬੋਲੋ ਅੱਗ ਆ ਨਾ। ਪਾਣੀ ਦੇ ਵਿੱਚ ਵੀ ਇੱਕ ਅੱਗ ਹੁੰਦੀ ਹੈ ਜਿਹਨੂੰ ਕਹਿੰਦੇ ਬੜਵਾ ਅਗਨੀ। ਸਮੁੰਦਰ 'ਚ ਅੱਗ ਹੁੰਦੀ ਇੱਕ। ਕਹਿੰਦੇ ਆ ਬੰਦੇ ਵੀ ਬਾਹਰੋਂ ਚਿੱਟੇ ਕੱਪੜੇ ਸੋਹਣੇ ਦੀਦੇ, ਘਰ ਬਾਹਰ ਅੰਦਰ ਤਾਂ ਇਹਨਾਂ ਦੇ ਵੀ ਸੜੇ ਪਏ ਐ। ਬਾਬਾ ਧਿਆਨ ਧਰ ਕੇ ਵੇਂਦਾ ਸੀ, ਮਰਦਾਨਾ ਉੱਪਰੋਂ ਹੀ ਫਸ ਜਾਂਦਾ ਸੀ। ਤਾਈਂ ਉਹ ਢਾਕੇ ਬਗਾਲੇ ਗਿਆ ਤੇ ਕਹਿੰਦਾ ਫੁੱਲ ਟੋਕਰੀਆਂ 'ਚ ਰੱਖੇ ਬੀਬੀਆਂ ਨੇ, ਮੈਟ ਵਿਛੇ, ਤੇ ਕਹਿੰਦੇ ਬਾਹਰੋਂ ਪਰਦੇਸੀ ਆਇਆ, ਫੁੱਲ ਸੁੱਟੇ, ਬੜੇ ਪਦਾਰਥ ਲੈ ਕੇ ਆਏ। ਤੇ ਮਰਦਾਨਾ ਕਹਿੰਦਾ ਐਵੇਂ ਮਰ ਗਏ ਬਾਬੇ ਨਾ ਭੁੱਖੇ, ਕਿਤੇ ਪਹਿਲਾਂ ਆ ਜਾਂਦੇ 4 ਸਾਲ। ਸੱਚ ਜਾਣਿਓ, ਜਦੋਂ ਉਹਨਾਂ ਨੇ ਮਾਇਆ ਵਿਖਾਈ, ਬੰਦਾ ਕਹਿ ਹੀ ਦਿੰਦਾ ਵੀ ਐਵੇਂ ਕਿੱਥੇ ਫਸੇ ਰਹੇ, ਜ਼ਿੰਦਗੀ ਤੇ ਹੁਣ ਸ਼ੁਰੂ ਹੋਈ ਹੈ। ਤੋ ਅਸਲ ਵਿੱਚ ਉਹ ਜ਼ਿੰਦਗੀ ਨਹੀਂ ਹੁੰਦੀ, ਉਹ ਵਿਖਾਵਾ ਹੁੰਦਾ ਮਾਇਆ ਦਾ, ਤੇ ਉਹ ਬਾਬੇ ਤੋਂ ਦੂਰ ਕਰਦਾ। ਫਿਰ ਜਦੋਂ ਉਹਨਾਂ ਨੇ ਧਾਗਾ ਪਾ ਕੇ ਭੇਡੂ ਬਣਾਤਾ, ਫਿਰ ਕਿੱਲੇ ਦੇ ਉੱਤੇ ਡਿੰਗਦਾ ਸੀ। ਫਿਰ ਕਹੇ ਬਾਬਾ ਇੱਕ ਵਾਰੀ ਆ ਜਾ, ਹੁਣ ਮੇਰਾ ਯਾਰ ਸੱਜਣ ਬਣ ਕੇ ਸੁਣ, ਯਾਰ ਹਮਾਰੇ ਇੱਕ ਕਰੋ ਬੇਨੰਤੀਆ। ਆਓ ਆਪਾਂ ਵੀ ਬੇਨਤੀ ਕਰਕੇ ਚੱਲੀਏ ਫਿਰ ਰਾਏ ਬੁਲਾਰ ਜੀ ਦੇ ਦਰਸ਼ਨ, ਮਹਾਰਾਜ ਜੀ ਦੇ ਪ੍ਰਸੰਗ ਚੱਲਣਾ ਕਰੋ ਕਿਰਪਾ ਜੀ। ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ। ਇੱਕ ਕਰੋ ਬੇਨੰਤੀਆ, ਇੱਕ ਕਰੋ ਬੇਨੰਤੀਆ, ਇੱਕ ਕਰੋ ਬੇਨੰਤੀਆ, ਇੱਕ ਕਰੋ ਬੇਨੰਤੀਆ। ਇਸ ਮੋਹਨ ਲਾਲ ਪਿਆਰੇ, ਤਿਸ ਮੋਹਨ ਲਾਲ ਪਿਆਰੇ, ਇਸ ਮੋਹਨ ਲਾਲ ਪਿਆਰੇ, ਇਸ ਮੋਹਨ ਲਾਲ ਪਿਆਰੇ। ਹਉ ਫਿਰੋਂ ਖੋਜੰਤੀਆ, ਹਉ ਫਿਰੋਂ ਖੋਜੰਤੀਆ, ਹਉ ਫਿਰੋ ਖੋਜੰਤੀਆ, ਹਉ ਫਿਰੋ ਖੋਜੰਤੀਆ। ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ। ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ, ਸੁਣ ਯਾਰ ਹਮਾਰੇ ਸਜਣ। ਧੰਨ ਮੇਰੇ ਗੁਰੂ ਨਾਨਕ ਸਾਹਿਬ ਗਰਾਈਆਂ ਛਕੀਆਂ। ਲਾਲੋ ਰੋਇਆ। ਮਹਾਰਾਜ ਕਹਿੰਦੇ ਕੀ ਗੱਲ ਹੈ, ਰੋਂਦਾ ਕਿਉਂ ਏ? ਕਹਿੰਦੇ ਬਾਬਾ ਮੈਂ ਗਰੀਬ ਹਾਂ, ਮੇਰੇ ਤੋਂ ਗਰਮ ਪ੍ਰਸ਼ਾਦਾ ਨਹੀਂ ਛਕਾ ਸਕਿਆ, ਘਰ ਦੀ ਗੁਰਬਤ ਇੰਨੀ ਆ, ਦਿਲ ਤੇ ਬੜਾ ਕਰਦਾ ਪਰ ਕੀ ਕਰਾਂ। ਮਹਾਰਾਜ ਕਹਿੰਦੇ ਤੂੰ ਗਰੀਬ ਨਹੀਂ ਲਾਲੋ, ਤੂੰ ਪਾਤਸ਼ਾਹ ਹੈ। ਕਹਿੰਦੇ ਮਹਾਰਾਜ ਕਾਹਦਾ ਪਾਤਸ਼ਾਹ? ਪਾਤਸ਼ਾਹ ਦੀ ਬਾਣੀ ਕਹਿੰਦੀ ਜਿਸ ਨੂੰ ਬਖਸ਼ੇ ਸਿਫਤ ਸਲਾਹ। ਕਹਿੰਦੇ ਤੇਰੇ ਕੋਲ ਰੱਬ ਦੀ ਬੰਦਗੀ ਆ, ਤੈਨੂੰ ਪਤਾ ਜਿਸ ਬੰਦੇ ਕੋਲ ਚੌਂਕੜਾ ਹੈ ਨਾ, ਇਦਾਂ ਸੰਗਤ ਦਾ ਪਿਆਰ ਹੈ, ਉਹ ਗਰੀਬ ਨਹੀਂ ਹੁੰਦਾ। ਮੈਂ ਨਹੀਂ ਕਹਿੰਦਾ, ਮੇਰੇ ਗੁਰੂ ਨਾਨਕ ਦਾ ਫੈਸਲਾ ਏ। ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਬਣ ਗਏ ਤੁਸੀਂ ਹੁਣ। ਉਦਾਂ ਬੰਦਾ ਕਿੰਨੀ ਮਿਹਨਤ ਕਰਦਾ, ਕਿੰਨਾ ਖਰਚਾ ਕਰਦਾ, ਪਤਾ ਨਹੀਂ ਉਹਨੇ ਐਮਐਲਏ ਬਣਨਾ ਕਿ ਨਹੀਂ।
ਦਿਨੇ ਰਾਤ ਭੱਜਿਆ ਫਿਰਦਾ, ਲੱਖਾਂ ਰੁਪਈਆ ਖਰਚ ਲੈਂਦਾ ਕੁਰਸੀ ਲਈ, ਪਤਾ ਨਹੀਂ ਹਰ ਜਾਣਾ। ਮਹਾਰਾਜ ਕਹਿੰਦੇ ਆ ਜਾ ਕਰ ਸੰਗਤ ਵਿੱਚ, ਇੱਥੇ ਜ਼ੋਰ ਲਾਉਣ ਦੀ ਲੋੜ ਨਹੀਂ, ਭਾਵੇਂ ਪਿੱਛੇ ਜੇ ਹੋ ਜਾ, ਭਾਵੇਂ ਕਿਤੇ ਪਾਸੇ, ਜਿੱਥੇ ਥਾਂ ਮਿਲਦੀ ਗਰੀਬ ਜਿਹਾ ਬਣ ਕੇ ਬਹਿ ਜਾ, ਤੈਨੂੰ ਪਾਤਸ਼ਾਹ ਬਣਾ ਦਾਂਗੇ। ਪਾਤਸ਼ਾਹ ਉਹਨੂੰ ਕਹਿੰਦੇ ਜਿਹੜਾ ਸਦਾ ਰਹਿੰਦਾ। ਬਾਦਸ਼ਾਹ ਮਰ ਜਾਂਦੇ ਆ। ਹੁਣ ਦਿੱਲੀ ਦੇ ਤਖਤ ਤੇ ਕਿੰਨੇ ਬਾਦਸ਼ਾਹ ਬੈਠੇ, ਅੱਜ ਹੈ ਕੋਈ? ਤੇ ਅੱਜ ਵੀ ਗੁਰੂ ਰਾਮਦਾਸ ਦੇ ਰਾਗੀ ਸਿੰਘ ਪੜ੍ਹਦੇ, ਬੈਠਾ ਸੋਢੀ ਰਾਮਦਾਸ। ਤੇ ਕਿਸੇ ਨੇ ਬਾਂਹ ਫੜ ਕੇ ਰਾਗੀ ਦੀ ਆਖਿਆ, ਕਹਿੰਦੇ ਬਾਬਾ ਕਿਉਂ ਗਲਤ ਪੜ੍ਹਦੇ ਆ? ਕਹਿੰਦੇ ਕੀ ਹੋਇਆ? ਕਹਿੰਦੇ 1600 ਸਦੀ ਦੇ ਵਿੱਚ ਗੁਰੂ ਰਾਮਦਾਸ ਬੈਠੇ ਉੱਥੇ, ਤੁਸੀਂ ਅੱਜ ਵੀ ਪੜ੍ਹੀ ਜਾਂਦੇ, ਬੈਠਾ ਸੋਢੀ ਪਾਤਸ਼ਾਹ। ਉਹ ਕਹਿੰਦੇ ਉਹ ਅੱਖਾਂ ਵਿੱਚ ਲੈ ਕੇ ਆਓ, ਅੱਜ ਵੀ ਬੈਠਾ ਜੇ। ਕਹਿੰਦੇ ਕਿੱਥੇ ਬੈਠਾ, ਦੀਦਾ ਕਿਉਂ ਨਹੀਂ? ਕਹਿੰਦੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਅੱਖਾਂ ਵਾਪਸ ਆ ਗਈਆਂ, ਬੈਠਾ ਕਿ ਨਹੀਂ ਬੈਠਾ। ਉਹਨਾਂ ਨੂੰ ਪੁੱਛੋ ਜਿਹੜੇ ਗੂੰਗੇ ਬੋਲੇ ਉੱਥੇ, ਉਹਨਾਂ ਨੂੰ ਪੁੱਛੋ ਜਿਹੜੇ ਵੀਲ ਚੇਅਰ ਤੇ ਆਏ ਸੀ ਤੇ ਦੌੜ ਕੇ ਘਰੇ ਗਏ, ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ ਚਮੜੀ ਨੂੰ ਕੋਹੜ ਹੋਇਆ ਤੇ PGI ਤੋਂ ਜਵਾਬ ਮਿਲਿਆ ਦੁੱਖ ਭੰਜਣੀ ਦੇ ਥੱਲੇ ਚੁੱਭੀ ਮਾਰੀ ਤੇ ਕੋਹੜ ਲੱਭਾ ਹੀ ਨਹੀਂ। ਉਹਨਾਂ ਨੂੰ ਪੁੱਛੋ ਬੈਠਾ ਕਿ ਨਹੀਂ ਸੋਢੀ ਪਾਤਸ਼ਾਹ ਅੱਜ ਵੀ, ਕਿ ਗਿਆ ਕਿਤੇ? ਤੇ ਗੁਰੂ ਅਰਜਨ ਸਾਹਿਬ ਵੀ ਬੈਠੇ ਸੰਗਤੇ, ਸਵੇਰੇ ਭਾਵਨਾ ਬਣਾਈ ਦੀ, ਸ਼ਾਮਾਂ ਨੂੰ ਸਤਿਗੁਰੂ ਪੂਰੀ ਕਰ ਦਿੰਦੇ। ਉਹ ਸਮਾਂ ਦੂਰ ਹੈ ਜਿਹੜਾ ਆਪਾਂ ਕਹਿੰਦੇ ਲੇਟ ਹੋ ਜਾਣਾ। ਹੁਣ ਤਾਂ ਮਹਾਰਾਜ ਕਿਰਪਾ ਦੇ ਸਾਗਰ ਰਹਿਮਤ ਕਰਦੇ ਹਨ। ਚੇਰਨ ਹੇਤ ਪ੍ਰਿਤ ਨਿਕਟ ਪਠਾਇਆ, ਧੰਨ ਮੇਰੇ ਪਾਤਸ਼ਾਹ ਮਹਾਰਾਜ ਜੀ ਨੂੰ ਸਰਪ ਨੇ ਛਾਇਆ ਕੀਤੀ ਹੈ। ਤੇ ਰਾਜਾ ਰਾਏ ਬਲਾਰ ਤਲਵੰਡੀ ਦਾ ਮਾਲਕ, ਕਿੰਨਾ ਅਮੀਰ ਬੰਦਾ ਤੇ ਦਿਲ ਦਾ ਗਰੀਬ ਬੰਦਾ। ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ, ਇੱਕ ਦਿਲ ਦੇ ਅਮੀਰ ਹੁੰਦੇ ਆ, ਘਰੋਂ ਗਰੀਬ ਹੁੰਦੇ ਆ। ਇੱਕ ਘਰੋਂ ਲੋਕੀ ਅਮੀਰ ਹੁੰਦੇ ਤੇ ਦਿਲ ਦੇ ਗਰੀਬ ਹੁੰਦੇ ਆ। ਇਹ ਘਰੋਂ ਅਮੀਰ ਹੈ ਤੇ ਦਿਲ ਦਾ ਗਰੀਬ ਹੈ, ਦਿਲ ਦਾ ਅਮੀਰ ਹੈ ਤੇ ਘਰੋਂ ਗਰੀਬ ਹੈ। ਹੁਣ ਐਸੀ ਅਵਸਥਾ ਹੈ ਬਾਪੂ ਰਾਏ ਬਲਾਰ ਦੀ। ਬੜੇ ਪ੍ਰੇਮ ਦੇ ਨਾਲ ਉਹਨੇ ਨੌਕਰ ਨੂੰ ਭੇਜਿਆ, ਕਹਿੰਦਾ ਜਾਓ, ਜਾ ਕਰਕੇ ਦੇਖ ਮੇਰੇ ਨਾਨਕ ਨੂੰ। ਜਿਸ ਤਰ੍ਹਾਂ ਲੱਗਦਾ ਹੈ ਕਿ ਸੱਪ ਨੇ ਲੰਮਾ ਸਮਾਂ ਉੱਪਰ ਫਨ ਪਸਾਰ ਛੱਡੀ, ਕਿਉਂਕਿ ਕੱਲ ਆਪਾਂ ਸਰਵਣ ਕੀਤਾ ਸੀ ਕਿ ਸੱਪ ਨੇ ਪਹਿਲਾਂ ਪ੍ਰਕਰਮਾਂ ਕੀਤੀਆਂ 3। ਸਿੱਖ ਵੀ ਜਦੋਂ ਮੱਥਾ ਟੇਕਦਾ ਨਾ ਪ੍ਰਕਰਮਾਂ ਕਰਦਾ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ, ਮੈਨੂੰ ਤੇਰੀ ਪ੍ਰਕਰਮਾਂ ਦੇ ਨਾਲ ਜਿਹੜੀ 84 ਲੱਖ ਦੀ ਪ੍ਰਕਰਮਾ ਇਹ ਚੋਂ ਕੱਢ ਲੈ, ਬਹੁਤ ਲੰਮੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ ਰਹਿਮਤ ਵਰਤਾਈ। ਉਹ ਸੱਪ ਨੇ 3 ਵਾਰੀ ਪ੍ਰਕਰਮਾ ਕੀਤੀ। ਫਿਰ ਗੁਰੂ ਨਾਨਕ ਦੇ ਚਰਨਾਂ ਵੱਲ ਮੱਥਾ ਟੇਕ ਕੇ ਫਿਰ ਸੀਸ ਵਾਲੇ ਪਾਸੇ ਗਿਆ। ਛਾਕਣਾ ਕਰਨਾ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਅੱਜ ਵੀ ਧਰਮਕੋਟ ਤੋਂ ਭਿੰਡਰ ਕਲਾਂ ਨੂੰ ਜਾਇਓ, ਉੱਥੇ ਸਥਾਨ ਬੜਾ ਪਵਿੱਤਰ ਮਹਾਂਪੁਰਖਾਂ ਦਾ। ਔਰ ਉੱਥੇ ਦਾਸ ਨੇ ਵੀ ਦਰਸ਼ਨ ਕੀਤੇ। ਉੱਥੇ ਮਹਾਂਪੁਰਖ ਅਜੇ ਹੈਗੇ ਸਾਧੂ, ਸੰਗਰਾਂਦ ਤੇ ਕਥਾ ਕਰਦੇ, ਉੱਦਾਂ ਬਾਹਰ ਨਹੀਂ ਆਉਂਦੇ। ਬੜੀ ਪਹੁੰਚੀ ਬਾਬਾ ਮੋਹਨ ਜੀ, ਉਸ ਜਗ੍ਹਾ ਦੇ ਉੱਤੇ ਮਹਾਂਪੁਰਖ ਕਹਿੰਦੇ ਕਦੇ ਬੋਰੀ ਫੜ ਕੇ ਗਰਾਈ ਕਰਨੀ ਗਏ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਉਹ ਸਕੂਲ ਹੈ, ਉੱਥੇ ਪੜ੍ਹਾਈ ਕੀਤੀ ਉਹਨਾਂ ਨੇ। ਇੰਨੀ ਪਵਿੱਤਰ ਧਰਤੀ ਤੇ ਬਾਬਾ ਜੀ ਕਹਿੰਦੇ ਤਪ ਕਰਦੇ ਹੁੰਦੇ ਸੀ ਪਾਣੀ ਦੇ ਵਿੱਚ। ਤੇ ਸੇਵਾਦਾਰ ਨੂੰ ਟਾਈਮ ਦੱਸ ਦੇਣਾ ਵੀ ਇੰਨੇ ਕੁ ਵਜੇ ਸਾਡੇ ਜਲ ਪਾਣੀ ਲੈ ਕੇ ਆ ਜਾਏ। ਕਹਿੰਦੇ ਇੱਕ ਦਿਨ ਸਿੰਘ ਪਹਿਲਾਂ ਚਲੇ ਗਿਆ ਤੇ ਉਹਨੇ ਕੌਤਕ ਵੀ ਵੇਖਿਆ ਵੀ ਹਨੇਰਾ ਸੀ ਤੇ ਮਹਾਂਪੁਰਖ ਪਾਣੀ ਦੇ ਵਿੱਚ ਜਾਪ ਕਰ ਰਹੇ ਜਪਾ, ਤੇ ਮਹਾਂਪੁਰਖਾਂ ਦੇ ਸਰੀਰ ਦੀ ਛਾਤੀ ਨੂੰ ਵੱਡੇ ਸਾਰੇ ਸੱਪ ਨੇ 4-5 ਚੱਕਰ ਮਾਰੇ ਹੋਏ ਆ। ਉਹ ਡਰ ਗਿਆ, ਘਾਬਰ ਗਿਆ, ਸਮਾਨ ਵੀ ਸੁੱਟ ਦਿੱਤਾ। ਜਦੋਂ ਬਾਅਦ ਚ ਆਏ ਤੇ ਮਹਾਂਪੁਰਖ ਠੀਕ ਤੇ ਹੱਸ ਪਏ। ਕਹਿੰਦੇ ਕਿ ਭੱਜ ਕਿਉਂ ਗਿਆ ਸੀ? ਕਹਿੰਦੇ ਮਹਾਂਪੁਰਖੋ ਤੁਸੀਂ ਤਾਂ ਡਰਾ ਹੀ ਦਿੱਤਾ। ਕਹਿੰਦੇ ਡਰਨਾ ਤੂੰ ਹੀ ਅੱਜ ਪਹਿਲਾਂ ਆਇਆ, ਇਹ ਤੇ ਆਪਣੇ ਟਾਈਮ ਤੇ ਚੱਲ ਜਾਂਦਾ। ਆਖੋ ਸਤਨਾਮ, ਤੂੰ ਅੱਜ ਥੋੜਾ ਜਿਹਾ ਪਹਿਲੋਂ ਆ ਗਿਆ ਤਾਂ ਕਰਕੇ ਸਾਡਾ ਪਿਆਰ ਤੂੰ ਵੇਖ ਲਿਆ ਏ। ਇਹਨੂੰ ਕਹਿੰਦੇ ਗੁੱਜੀ ਰਮਜ ਫਕੀਰਾ ਤੇਰੀ। ਗੁਰਬਾਣੀ ਨੂੰ ਪੁੱਛੀਏ ਵੀ ਇਦਾਂ ਹੋ ਸਕਦਾ? ਗੁਰਬਾਣੀ ਕਹਿੰਦੀ 100 ਕੀ 101%। ਜਿਹੜੇ ਪਾਠ ਕਰਦੇ ਬਚਨ ਆਉਂਦਾ 1,84,000 ਮੇਦਨੀ ਸਭ ਸੇਵ। ਕਹਿੰਦੇ 84 ਲੱਖ ਜੂਨਾ ਵੀ ਸੇਵਾ ਕਰਦੀਆਂ, ਬੰਦਿਆ ਤੂੰ ਹੀ ਨਹੀਂ ਕਰਦਾ ਹੈਗਾ। ਕਦੇ ਗੁਰੂ ਨਾਨਕ ਦਾ ਦਰਬਾਰ 10ਵੇਂ ਪਾਤਸ਼ਾਹ ਬੈਠੇ, ਅਸਾਮ ਦਾ ਰਾਜਾ ਰਤਨ ਰਾਏ ਇੱਕ ਹਾਥੀ ਲੈ ਕੇ ਆਇਆ।
5 ਕਲਾ ਸ਼ਸਤਰ ਚੰਦਨ ਦੀ ਚੌਂਕੀ ਲਿਆਇਆ। ਮਹਾਰਾਜ ਕਹਿੰਦੇ ਸ਼ਾਬਾਸ਼। ਕਹਿੰਦੇ ਕਾਹਦਾ ਸ਼ਾਬਾਸ਼? ਇਦਾਂ ਥੋੜਾ ਮਹਾਰਾਜ। ਸਾਹਿਬ ਜੀ ਕਹਿੰਦੇ ਚੰਦਨ ਦੀ ਚੌਂਕੀ ਤੇ ਬੈਠ ਗਿਆ, ਚੰਦੋਆ ਉੱਤੇ ਲਾ ਲਿਆ, 5 ਕਲਾ ਸ਼ਸਤਰ ਅੱਗੇ ਰੱਖ ਦਿੱਤਾ ਹੈ। ਇਹ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ। ਕੋਈ ਪੁੱਛ ਲੈਣਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸ਼ਸਤਰ ਕਾਹਤੋਂ ਅੱਗੇ ਪਏ, ਇਹ ਵੀ ਮੱਥਾ ਟੇਕ ਕੇ। ਇਹ ਸ਼ਸਤਰ ਪਤਾ ਕਾਹਦੇ ਵਾਸਤੇ ਹੈ? ਜਦੋਂ ਕੋਈ ਗੁਰੂ ਨੂੰ ਮੰਦਾ ਸ਼ਬਦ ਬੋਲਦਾ ਨਾ, ਇਹ ਉਹਦੇ ਵਾਸਤੇ ਰੱਖਿਆ। ਇਹ ਜਦੋਂ ਦਰਸ਼ਨ ਹੁੰਦੇ ਉਦੋਂ ਪਹਿਲਾਂ ਪਤਾ ਲੱਗਦਾ ਵੀ ਇਹ ਜਿਹੜੀ ਹਸਤੀ ਤਖਤ ਤੇ ਬੈਠੀ ਆ ਨਾ, ਜੇ ਇਹਨੂੰ ਛੇੜਛਾੜ ਕੀਤੀ ਤੇ ਆ ਜਿਹੜੇ ਅੱਗੇ ਪਏ ਬਾਪੂ ਨੇ ਰੱਖੇ ਹੀ ਤਾਂ ਪੈਣੀਆਂ ਬਹੁਤ। ਆਖੋ ਸਤਨਾਮ ਸ੍ਰੀ। ਇਸ ਕਰਕੇ ਬਾਪੂ ਨੇ ਸ਼ਸਤਰ ਗੁਰੂ ਤੋਂ ਵੀ ਅੱਗੇ ਰੱਖੇ ਹੈ। ਮਹਾਰਾਜ ਕਹਿੰਦੇ ਸੈਫ ਸਰੋਹੀ ਸਹਿਥੀ ਜਹੇ ਹਮਾਰੇ ਵੀਰ। ਜਦੋਂ ਬੰਦਾ ਬਹਾਦਰ ਆਇਆ ਸੀ ਨਾ ਜਾਦੂ ਜੂਦੂ ਕਰਦਾ, ਉਹਨੇ ਛੱਡੇ ਆਪਣੇ ਭੂਤ ਭਾਤ ਚੜੇਲਾਂ ਵੀ ਪਲੰਗਾ ਮੂਧਾ ਕਰਕੇ ਆਓ। ਕਿਹੜਾ ਬੈਠਾ ਮੇਰੇ ਪਲੰਗੇ ਤੇ ਬਾਪੂ ਬੈਠਾ ਸੀ ਗੁਰੂ ਗੋਬਿੰਦ ਸਿੰਘ। ਤੇ ਜਦੋਂ ਉਹਦੀਆਂ ਰੂਹਾਂ ਜਿਹੜੀਆਂ ਗਤੀ ਨਹੀਂ ਹੋਈ ਉਹ ਇੱਦਾਂ ਕਾਬੂ ਕਰ ਲੈਂਦੇ। ਬੜਾ ਕੁਝ ਆਪਣਾ ਇਤਿਹਾਸ ਇੱਧਰ ਹੈ। ਉਹ ਜਦੋਂ ਆਏ ਸਾਰੇ ਤੇ ਉਹਨੂੰ ਅੱਗੇ ਹੋਣ ਤੇ ਉਹਨਾਂ ਦਾ ਜ਼ੋਰ ਨਾ ਚੱਲੇ। ਉਹ ਵਾਪਸ ਜਾ ਕੇ ਕਹਿੰਦੇ ਮਾਧੋ ਦਾਸ ਅੱਜ ਤੇਰੇ ਤੋਂ ਵੱਡੀ ਕਮਾਈ ਵਾਲਾ ਹੋਈ, ਅੱਜ ਨਹੀਂ ਪਲੰਗੇ ਪੁੱਠੇ ਹੋਣੇ। ਤੇ ਜਦੋਂ ਗਿਆ ਸੀ ਤੇ ਉਹਨੇ ਫਿਰ ਪਹਿਲਾਂ ਇਹੋ ਹੀ ਪੁੱਛਿਆ। ਮਹਾਰਾਜ ਨੇ ਚਾਰੇ ਤੀਰ ਭੱਥੇ ਚੋਂ ਕੱਢ ਕੇ 4 ਪਾਵਿਆਂ ਤੇ ਰੱਖੇ ਸੀ। ਕਈ ਵਾਰੀ ਮਾਫੀ ਦਿਓ, ਕਈਆਂ ਨੇ ਅੰਮ੍ਰਿਤ ਛਕਿਆ ਤੇ ਰਾਤ ਨੂੰ ਸ੍ਰੀ ਸਾਹਿਬ ਕਿੱਲੀ ਤੇ ਟੰਗ ਲੈਂਦੇ ਆ। ਜ਼ਰੂਰੀ ਨਹੀਂ ਮੈਂ ਵੀ ਹੋ ਸਕਦਾ ਏ। ਤੇ ਅੱਗੋਂ ਕਹਿਣਗੇ ਪਤਾ ਕੀ, ਰਾਤ ਨੂੰ ਕਿਹੜਾ ਜੰਗ ਲੜਨਾ ਨਾ ਪਿਆਰਿਓ, ਇਹ ਮਾਰਨ ਵਾਸਤੇ ਥੋੜਾ ਦਿੱਤੀ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਉਹ ਗਿਫਟ ਹੈ। ਮਾਰੇ ਕਹਿੰਦੇ ਛਾਤੀ ਨਾਲ ਲੈ ਕੇ ਸੋਈ, ਮੈਂ ਆਪਣੇ ਪੁੱਤ ਵਾਰ ਕੇ ਤੇਰੇ ਗਲ 'ਚ ਪਾਇਆ। ਤੇ ਜੇ ਕਿਤੇ ਸੋਹਿਲਾ ਸਾਹਿਬ ਪੜ੍ਹ ਕੇ ਤੇਰੇ ਕੋਲ ਹੋਊਗਾ ਨਾ, ਇਹਦੇ ਵਿੱਚ ਬੜੀਆਂ ਅਜਮਤਾਂ ਏ। ਐਵੇਂ ਥੋੜਾ ਕੜੇ ਕਿਰਪਾਨਾਂ ਕਿਤੇ ਲੋਹਾ ਚੱਕੀ ਫਿਰਦੇ ਆ। ਬਹੁਤ ਵੱਡਾ ਇਤਿਹਾਸ ਹੈ। ਮਹਾਰਾਜ ਨੇ ਪੂਰਾ ਗ੍ਰੰਥ ਹੀ ਲਿਖਤਾ, ਸਰਬਲੋਕ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ। ਇਸ ਸ਼ਸਤਰਾਂ ਦੇ ਉੱਤੇ ਮਹਾਰਾਜ ਨੇ ਲਿਖਤਾ ਸਾਰਾ ਗ੍ਰੰਥ। ਹਜ਼ੂਰ ਸਾਹਿਬ ਉਸ ਗ੍ਰੰਥ ਦਾ ਪ੍ਰਕਾਸ਼ ਹੁੰਦਾ ਦੂਜੇ ਗ੍ਰੰਥਾਂ ਦੇ ਨਾਲ। ਲਾਈਵ ਵੇਖਿਓ ਕਿਤੇ, ਆਖੋ ਸਤਨਾਮ। ਤੋ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਧੋ ਦਾਸ ਤੇਰੇ ਭੂਤ ਨੇ ਤੇ ਸਾਡੇ ਪੀਰ। ਤੇਰੇ ਭੂਤਨਿਆਂ ਨੂੰ ਸਾਡੇ ਪੀਰਾਂ ਨੇ ਭਜਾਤਾ। ਕਹਿੰਦੇ ਮਹਾਰਾਜ ਤੇਰੇ ਪੀਰ ਕਿੱਥੇ ਆ? ਮਹਾਰਾਜ ਕਹਿੰਦੇ ਆ ਜਿਹੜੇ ਪਾਵਿਆਂ ਤੇ ਤੈਨੂੰ ਦੀਦੇ ਨਹੀਂ ਆੜੇ ਤੀਰ ਪਏ, ਇਹ ਸਾਡੇ ਜਾਗਦੇ ਪੀਰ ਆ, ਜਿੰਦਾ ਪੀਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੇਗ ਦੀਦੀ ਸਾਡੇ ਗਲ 'ਚ। ਇਹ ਨੈਣਾ ਦੇਵੀ ਦੇ ਟਿੱਲੇ ਤੇ ਜਦੋਂ ਚੜੇ ਸੀ ਨਾ ਮਹਾਰਾਜ, ਅੱਜ ਵੀ ਆਨੰਦਪੁਰ ਜਾਇਓ ਤੇ ਪਰੇ ਪਹਾੜੀ ਹੈ ਮਾਤਾ ਦੀ, ਉੱਥੇ ਪੰਡਤ ਹੀ। ਪੰਡਤ ਨੇ ਆਖਿਆ ਕਹਿੰਦੇ ਮਹਾਰਾਜ ਜੀ ਦੇਵੀ ਪ੍ਰਗਟ ਕਰਨੀ ਹੈ। ਮਹਾਰਾਜ ਕਹਿੰਦੇ ਕਰੋ, ਜਿੰਨਾ ਰਸਤ ਬਸਤੇ ਚਾਹੀਦੀ ਹਮਨ ਅਸੀਂ ਕਰਾਵਾਂਗੇ। ਇਤਿਹਾਸ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਲੱਖਾਂ ਰੁਪਈਆਂ ਦੀ ਸਮੱਗਰੀ ਚੜਾਤੀ। ਉੱਥੇ ਹਮਨ ਹੁੰਦਾ ਰਿਹਾ ਨੈਣਾ ਦੇਵੀ ਦੇ ਟਿੱਲੇ ਤੇ, ਜਿੱਥੇ ਜੌਣਾ ਮੋੜ ਨੇ ਛਤਰ ਚੜਾਇਆ ਸੀ। ਤੋ ਕਹਿਣ ਦਾ ਭਾਵ ਜਦੋਂ ਲੱਖਾਂ ਰੁਪਈਆਂ ਦੀ ਸਮੱਗਰੀ ਮੱਚ ਗਈ ਨਾ, ਦਰਸ਼ਨ ਨਹੀਂ ਹੋ ਰਿਹਾ। ਇਤਿਹਾਸ ਕਹਿੰਦਾ ਇੱਕ ਦਿਨ ਫਿਰ ਮਹਾਰਾਜ ਆਪ ਛੱਡਿਆ, ਘੋੜਾ ਚੜ੍ਹ ਗਏ ਪਹਾੜੀ ਤੇ। ਮਾਰੇ ਕਹਿੰਦੇ ਪੰਡਤ ਜੀ ਇੰਨੇ ਦਿਨ ਹੋ ਗਏ ਐ, ਕੀ ਗੱਲ ਹੈ? ਸਾਨੂੰ ਵੀ ਕਰਾ ਦਿਓ ਦਰਸ਼ਨ ਦੇਵੀ ਦੇ, ਕੱਲੇ ਕੱਲੇ ਕਰੀ ਜਾਂਦੇ ਆ। ਕਹਿੰਦਾ ਜੀ ਦੇਵੀ ਬਲੀ ਮੰਗਦੀ ਆ, ਦਰਸ਼ਨ ਹੋ ਜਾਣਗੇ। ਮਹਾਰਾਜ ਕਹਿੰਦੇ ਵੀ ਕਿਹਦੀ ਦਈਏ? ਕਹਿੰਦੇ ਪਾਤਸ਼ਾਹ ਵੀ ਮੇਰੇ ਸੁਪਨੇ 'ਚ ਦੇਵੀ ਆਈ, ਉਹ ਕਹਿੰਦੀ ਪਵਿੱਤਰ ਲਹੂ ਚਾਹੀਦਾ ਕਿਸੇ ਦਾ। ਕਹਿੰਦੇ ਤੇਰਾ ਇਸ਼ਾਰਾ ਕੀ ਕਹਿੰਦਾ ਏ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਬਲੀ ਦੇ ਦਿਓ। ਬੜਾ ਸ਼ੈਤਾਨ ਸੀ ਪੰਡਤ, ਉਹਨੂੰ ਪਤਾ ਸੀ ਵੀ ਪੁੱਤ ਸਭ ਤੋਂ ਪਿਆਰਾ ਹੁੰਦਾ। ਨਾ ਗੁਰੂ ਗੋਬਿੰਦ ਸਿੰਘ ਨੇ ਪੁੱਤ ਦੀ ਬਲੀ ਦੇਣੀ ਤੇ ਮੇਰਾ ਵੀ ਪੜਦਾ ਯਾਰ ਨਾ ਆਊਗਾ। ਗੱਲ ਹੀ ਇਦਾਂ ਦੀ, ਹੁਣ ਜਦੋਂ ਕਿਸੇ ਨਾਲ ਟੁੱਟਣਾ ਹੋਵੇ ਨਾ ਰਿਸ਼ਤੇਦਾਰ ਨਾਲ, ਉਹਨੂੰ ਮੰਗ ਹੀ ਇਦਾਂ ਦੀ ਪਾ ਦਿਓ ਜਿਹੜੀ ਉਹ ਤੋਂ ਪੂਰੀ ਨਹੀਂ ਹੋਣੀ, ਰਿਸ਼ਤਾ ਆਪੇ ਟੁੱਟ ਜਾਣਾ। ਮਾਰੇ ਨੂੰ ਉਹਨੇ ਪਰਖੀ ਇਦਾਂ ਦੀ ਪਾ ਦੀ ਵੀ ਇੰਨਾ ਸੋਹਣਾ ਸਾਹਿਬਜ਼ਾਦਾ ਏ, ਇੰਨਾ ਬਲੀ ਦੇਣੀ ਕਿਤੇ। ਮਹਾਰਾਜ ਕਹਿੰਦੇ ਪੰਡਤਾ ਵਾਦਾ ਰਿਹਾ ਬਲੀ ਦਊਂਗਾ, ਪਰ ਕੱਲੇ ਜੀਤ ਸਿੰਘ ਦੀ ਨਹੀਂ, 4 ਸਾਹਿਬਜ਼ਾਦਿਆਂ ਦੀ ਅਜੇ ਸਮਾਂ ਲੈਂਦੇ। ਤੇਰੀ ਦੇਵੀ ਨਹੀਂ ਪ੍ਰਗਟ ਕਰਨੀ, ਮੈਂ ਦੁਨੀਆ ਦੇ ਵਿੱਚ ਸ਼ਾਂਤੀ ਪ੍ਰਗਟ ਕਰਨੀ ਆਪਣੇ ਪੁੱਤਾਂ ਦੀ ਬਲੀ ਦੇ ਕੇ। 10ਮ ਪਿਤਾ ਨੇ ਆਖਿਆ, ਕਹਿਣ ਲੱਗੇ ਇੱਕ ਬਲੀ ਅਜੇ ਹੋਰ ਦੇਣੀ ਹੈ, ਕਿਉਂਕਿ ਪੂਰਾ ਦੇਸ਼ ਆਜ਼ਾਦ ਕਰਾਉਣਾ, ਦਿੱਲੀ 'ਚ ਬਾਪੂ ਭੇਜਣਾ ਨਾ। ਇਹ ਬਲੀਆਂ ਦਾ ਪ੍ਰਸੰਗ ਜਿਹੜੇ ਹੁਣ ਹਵਨ ਵਗੈਰਾ ਕਰਦੇ ਉਹ ਲੈਂਦੇ ਅੱਜ ਵੀ, ਬੱਕਰਾ ਲੈਂਦੇ, ਕਾਲਾ ਕੁੱਕੜ ਲੈਂਦੇ ਵਗੈਰਾ, ਆਪਣਾ ਉਸ ਵਿਸ਼ਾ ਨਹੀਂ ਹੈ।
ਤੁਹਾਨੂੰ ਪਤਾ ਦੇਸ਼ ਆਜ਼ਾਦ ਕਰਾਉਣ ਲਈ ਬਲੀ ਦਿੱਤੀ ਕਿਸੇ ਨੇ? ਕੌਣ ਸੀ ਭਲਾ ਉਹ? ਧੰਨ ਸ਼੍ਰੀ ਗੁਰੂ ਦਸਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਸਿਰ ਤੇ ਲੱਖ ਮੁਸੀਬਤਾਂ ਜਾਲੀਆਂ ਨੇ। ਰਾਹੀਂ ਜੰਗਲੀ ਬਿਖੜੇ ਰਸਤਿਆਂ ਤੇ ਖੌਫਨਾਕ ਰਾਤਾਂ ਕਾਲੀਆਂ ਨੇ। ਮਾਤਾ ਪਿਤਾ ਤੇ ਪੁੱਤ ਸ਼ਹੀਦ ਹੋ ਗਏ, ਤੇਰੇ ਚਿਹਰੇ ਤੇ ਅਜੇ ਵੀ ਚਾਰ ਦੀਵੇ ਤੂੰ ਆਪਣੇ ਬੁਝਾ ਕੇ ਸਾਡੇ ਘਰਾਂ 'ਚ ਦੀਵਾਲੀਆਂ। ਸਿੱਖੋ ਮਾਣ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਦੇ ਆਪਾਂ ਬੱਚੇ ਆ, ਉਹਨੇ ਚਾਹੁੰ ਦੇ ਉੱਤੇ ਕੱਪੜਾ ਨਹੀਂ ਪਾਇਆ। ਜੇ ਇੱਕ ਪੁੱਤ ਚੱਲ ਜੇ ਤੇ ਬੜਾ ਮਨ ਖਰਾਬ, ਚਾਰ ਦਿੱਤੇ ਤੇ ਆਪਾਂ ਨੂੰ ਪੁੱਤ ਬਣਾਇਆ ਜਿਹੜੇ ਗੋਦੀ 'ਚ ਬੈਠੇ। ਤੋ ਮੈਂ ਕਿਹੜੇ ਪਾਸੇ ਵਿਸ਼ੇ ਨੂੰ ਤੁਰ ਪਿਆ। ਗੱਲ ਚੱਲੀ ਸੀ ਸੇਵਾ ਦੀ। ਸੇਵਾ ਕਰ ਰਿਹਾ ਸ਼ੇਸ਼ਨਾਗ। ਇਧਰ ਮਹਾਰਾਜ ਨੂੰ ਰਾਜਾ ਰਤਨ ਰਾਏ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਤੇ ਕਹਿੰਦੇ ਮਹਾਰਾਜ ਇੱਕ ਚੀਜ਼ ਰਹਿ ਗਈ। ਪਾਤਸ਼ਾਹ ਕਹਿੰਦੇ ਕੀ? ਕਹਿੰਦੇ ਪ੍ਰਸ਼ਾਦੀ ਹਾਥੀ। ਮਹਾਰਾਜ ਕਹਿੰਦੇ ਇਹਨੂੰ ਉੱਥੇ ਘੋੜਿਆਂ 'ਚ ਲੈ ਜਾਓ। ਕਹਿੰਦੇ ਮਹਾਰਾਜ ਇਹ ਘੋੜਿਆਂ ਵਾਲਾ ਹਾਥੀ ਨਹੀਂ ਹੈ, ਇਹ ਦਰਬਾਰੀ ਹਾਥੀ ਹੈ। ਮਹਾਰਾਜ ਕਹਿੰਦੇ ਪਤਾ ਤਾਂ ਸੀ ਮਹਾਰਾਜ ਨੂੰ। ਕਹਿੰਦੇ ਇਹ ਕੀ ਕਰਦਾ? ਮਹਾਰਾਜ ਕਹਿੰਦੇ 1 ਮਿੰਟ ਰੁਕਿਓ, ਹੁਣੇ ਦੱਸ ਦਿੰਨੇ ਆ। ਟੋਕਰੀ ਭਰ ਕੇ ਰਾਜਾ ਰਤਨ ਰਾਏ ਫੁੱਲਾਂ ਦੀ ਲਿਆਇਆ ਤੇ ਮਹਾਰਾਜ ਦੇ ਅੱਗੇ ਰੱਖਤੀ। ਸਾਰੀ ਸੰਗਤ ਬੈਠੀ ਤੇ ਉਹ ਪ੍ਰਸ਼ਾਦੀ ਹਾਥੀ ਛੋਟਾ ਜਿਹਾ ਸੀ, ਉਹ ਆਇਆ। ਉਹ ਸੁਣਨ ਦੇ ਨਾਲ ਉਹਨੇ ਫੁੱਲ ਚੁੱਕੇ ਤੇ ਗੁਰੂ ਗੋਬਿੰਦ ਸਿੰਘ ਤੇ ਵਰਖਾ ਸ਼ੁਰੂ ਕਰਤੀ। ਗੱਜ ਕੇ ਕਹਿ ਦੋ ਸਤਨਾਮ ਵਾਹਿਗੁਰੂ। ਫਿਰ ਉਹਨੇ ਚੌਰ ਸਾਹਿਬ ਮਾਰੇ ਤੇ ਕੀਤਾ ਤੇ ਉਸ ਵੇਲੇ ਉੱਚੀਆਂ ਚੋਟੀਆਂ ਦੇ ਵਿੱਚ ਚਾਰੇ ਪਾਸੇ ਧੁੰਮਾਂ ਪੈ ਗਈਆਂ, ਕਿਉਂਕਿ ਪਹਾੜੀ ਰਾਜਿਆਂ ਦਾ ਜ਼ੋਰ ਸੀ। ਬੜੇ ਬੜੇ ਕਹਿਲੂਰ ਦਾ ਰਾਜਾ, ਬੜੇ ਬੜੇ ਜਿਹੜੇ ਲਾਗੇ ਜਿਤਨੇ ਵੀ ਰਾਜੇ, ਅਸਾਮ ਦਾ ਰਾਜਾ, ਇਹ ਸਾਰੇ ਰਾਜਿਆਂ ਨੂੰ ਪਤਾ ਲੱਗਾ। ਕਹਿੰਦੇ ਕਿ ਛੋਟੀ ਜੀ ਉਮਰ ਹੈ ਗੁਰੂ ਤੇਗ ਬਹਾਦਰ ਦੇ, ਭੁਜੰਗੀ ਸਿੰਘ ਦੀ, ਗੋਬਿੰਦ ਰਾਏ ਦੀ, ਤੇ ਉਹਦੇ ਦਰਬਾਰ 'ਚ ਹਾਥੀ ਚੌਰ ਕਰਨ ਦੇ ਸੰਗਤਾਂ ਨੇ ਤੇ ਕੀ ਕਰਨੇ ਐ। ਫਿਰ ਇੱਥੋਂ ਪਹਿਲਾ ਜੰਗ ਹੋਣਾ, ਉਹ ਵਿਸ਼ਾ ਆਪਾਂ ਪਿੱਛੇ ਪੜ੍ਹ ਆਏ। ਗੱਲ ਸੇਵਾ ਤੋਂ ਮੈਂ ਲਈ ਵੀ ਕਿਤੇ ਸ਼ੱਕ ਨਾ ਕਰਿਓ ਵੀ ਸੱਪ ਵੀ ਸੇਵਾ ਕਰ ਸਕਦਾ। ਮਹਾਰਾਜ ਕਹਿੰਦੇ 84 ਲੱਖ ਮੇਦਨੀ। ਮਹਾਤਮਾ ਬੁੱਧ ਜੀ ਜੰਗਲ 'ਚ ਭਗਤੀ ਕਰਦੇ ਸੀ। ਉੱਥੇ ਇੱਕ ਹਾਥੀ ਨੂੰ ਪ੍ਰੇਮ ਹੋ ਗਿਆ ਮਹਾਤਮਾ ਦਾ। ਉਹਨੇ ਰੋਜ਼ ਇਸ਼ਨਾਨ ਕਰਾਉਣਾ ਪਾਣੀ ਲਿਆ ਕੇ ਕਮੰਡਲ ਮਹਾਤਮਾ ਜੀ ਨੂੰ, ਤੇ ਜੰਗਲ ਦੇ ਵਿੱਚੋਂ ਫਲ ਤੋੜ ਕੇ ਮਿੱਠੇ ਲਿਆ ਕੇ ਤੇ ਮਹਾਤਮਾ ਜੀ ਨੂੰ ਛਕਾਉਣੇ। ਤੇ ਜਿੱਦਣ ਮਹਾਤਮਾ ਬੁੱਧ ਦੀ ਬਿਰਤੀ ਖੁੱਲੀ, ਭਗਤੀ ਪੂਰੀ, ਚੱਲੇ, ਕਹਿਣ ਲੱਗੇ ਚੰਗਾ ਸੱਜਣਾ ਅਸੀਂ ਚੱਲੇ ਆਂ। ਜਦੋਂ ਮਹਾਤਮਾ ਬੁੱਧ ਨੇ ਉਹ ਵਣ ਛੱਡਿਆ ਤੇ ਉਹ ਹਾਥੀ ਨੇ ਸਰੀਰ ਛੱਡਤਾ ਸੀ। ਕਦੇ ਪਿਆਰ ਕਰਕੇ ਤੇ ਵੇਖੀਏ ਆਪਾਂ ਤਾਂ ਗੁਰੂ ਘਰਾਂ 'ਚ ਲੜ ਲੜ ਹੀ ਮਰ ਜਾਣਾ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਲੜਿਆ ਕਰੋ। ਇੱਥੇ ਬਹੁਤ ਕੁਝ ਮਿਲਿਆ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ। ਤੋ ਮਹਾਂਪੁਰਖਾਂ ਨੂੰ ਸੱਪ ਨੇ ਲਪੇਟ ਮਾਰਿਆ। ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਸਿੰਘ ਨੂੰ ਕਹਿੰਦੇ ਅੱਜ ਤੂੰ ਸਾਡਾ ਪਿਆਰ ਵੇਖ ਲਿਆ, ਡਰੀ ਨਾ, ਤੂੰ ਅੱਜ ਥੋੜਾ ਪਹਿਲਾਂ ਆ ਗਿਆ, ਤੂੰ ਲੇਟ ਆਉਣਾ ਹੁੰਦਾ ਏ, ਇਹ ਰੋਜ਼ ਆਉਂਦਾ ਏ। ਕਹਿੰਦੇ ਮਹਾਂਪੁਰਖੋ ਇਹ ਕੀ ਕਰਦਾ ਤੁਹਾਡੇ ਕੋ? ਕਹਿੰਦੇ ਅਸੀਂ ਬੰਦਗੀ ਕਰਦੇ, ਆ ਕੇ ਸਾਨੂੰ ਗਲਵੱਕੜੀ ਪਾ ਲੈਂਦਾ। ਅਸੀਂ ਪੁੱਛ ਲੈਂਦੇ ਵੀ ਤੂੰ ਕੀ ਲੈਣ ਆਉਣਾ ਸਾਡੇ ਕੋ? ਕਹਿੰਦਾ ਮਹਾਂਪੁਰਖੋ ਮੇਰੇ ਅੰਦਰ ਇੰਨਾ ਸਾੜ ਪੈਂਦਾ, ਜਨਮਾਂ ਕਰਕੇ ਜੂਨ ਮਿਲੀ ਹੈ, ਪਰ ਜਦੋਂ ਤੁਹਾਡੇ ਤਣ ਦੇ ਨਾਲ ਲੱਗਦਾ ਤੇ ਮੈਨੂੰ ਠੰਡ ਪੈਂਦੀ ਹੈ। ਇਸ ਕਰਕੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਮੇਦ ਨਹੀਂ ਸਭ ਸੇਵ। ਇਹ ਸਾਰੇ ਸੇਵਾ ਕਰਦੇ ਭਾਈ, ਤੁਸੀਂ ਵੀ ਕਰਿਆ ਕਰੋ। ਕਹਿੰਦੇ ਜਦੋਂ ਰਾਏ ਬਲਾਰ ਨੇ ਨੌਕਰ ਭੇਜਿਆ ਤੇ ਉਹ ਜਿਹੜਾ ਸ਼ੇਸ਼ ਨਾਗ ਸੀ, ਗਊ ਦੇ ਦੁੱਧ ਵਰਗਾ ਚਿੱਟਾ ਰੰਗ ਸੀ ਉਹਦਾ, ਔਰ ਸਾਵਧਾਨ ਹੋ ਕੇ ਉਹਨੇ ਸੇਵਾ ਕੀਤੀ। ਆਖੋ ਵਾਹਿਗੁਰੂ, ਫੇਰ ਆਖੋ, ਫੇਰ ਕਹਿ ਦਿਓ, ਫੇਰ ਕਹਿ ਦਿਓ ਵਾਹਿਗੁਰੂ 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 ਵਾਹਿਗੁਰੂ। ਧੰਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ, ਰਹਿਮਤ ਦੇ ਦਾਤੇ। ਸੱਪਾਂ ਦੇ ਅੰਦਰ ਜ਼ਹਿਰ ਹੈ, ਜਿਹਨੂੰ ਡੰਗ ਮਾਰ ਦੇਣ ਮੌਤ ਹੁੰਦੀ ਹੈ, ਪਰ ਧੰਨ ਮੇਰੇ ਗੁਰੂ ਨਾਨਕ ਨੂੰ ਛਾਂ ਕੀਤੀ ਤੇ ਸਾਵਧਾਨ। ਇੱਕ ਮਾਫੀ ਦੇ ਦਿਓ, ਮੈਂ ਕਹਿਣਾ ਚਾਹਾਂਗਾ
ਆਪਾਂ ਤਾਂ ਅਰਦਾਸ ਵਿੱਚ ਵੀ ਹਿੱਲੀ ਜਾਈਦਾ, ਮੁੱਖ ਵਾਕ ਵੀ ਨਹੀਂ ਪੂਰਾ ਇੱਦਾਂ ਸਾਵਧਾਨ ਹੋ ਕੇ ਕਦੇ ਸੁਣਿਆ ਇੱਦਾਂ? ਮੰਨ ਲਓ ਮੁੱਖ ਵਾਕ ਚੱਲਣ ਦਿਆ, ਤੁਸੀਂ ਇੱਦਾਂ ਸਿੱਧੇ ਬੈਠੇ ਹੋ, ਭੋਰਾ ਵੀ ਸਰੀਰ ਨਹੀਂ ਲਾਉਣਾ, ਇਹਨੂੰ ਕਹਿੰਦੇ ਸਾਵਧਾਨ। ਇੱਕ ਹੁੰਦਾ ਵਿਸ਼ਰਾਮ, ਸਕੂਲੇ ਪੜ੍ਹਦੇ ਹੁੰਦੇ ਸੀ ਨਾ, ਕਹਿਣਾ ਸਟੈਂਡ ਅਪ, ਸਾਵਧਾਨ। ਉਹ ਤਾਂ ਬੱਚਿਆਂ ਦੀ ਕਿਰਿਆ, ਤੇ ਗੁਰੂ ਨੇ ਵੀ ਕਿਹਾ ਵੀ ਸਿੱਖਾ ਜਦੋਂ ਮੇਰੇ ਘਰ ਆਉਣਾ ਸਾਵਧਾਨ ਹੋਈ, ਇਹ ਨਾ ਹੋਵੇ ਸਾਰੀ ਕਥਾ ਹੋ ਜੇ ਤੇ ਤੂੰ ਸੁੱਤਾ ਹੀ ਰਹਿ ਜੇ, ਜਾਂ ਕਿਤੇ ਕੋਈ ਆਇਆ ਹੋਵੇ ਤੇ ਤੂੰ ਲੀੜੇ ਕੱਪੜੇ ਵੇਖੀ ਜਾਵੇਂ ਵੀ ਆਹ ਮੈਂ ਵੀ ਲੈਣਾ ਡਿਜ਼ਾਈਨ, ਅੱਜ ਲੋਈਆਂ ਜਾ ਕੇ ਆਖੋ ਸਤਨਾਮ। ਕਈ ਵਾਰੀ ਇੱਦਾਂ ਹੋ ਜਾਂਦਾ ਜੀ, ਸਾਡੇ ਨਾਲ ਹੋ ਜਾਂਦਾ ਵੀ ਆਇਆ ਬੰਦਾ ਕੀ ਲੈਣ ਹੁੰਦਾ ਗੁਰੂ ਘਰ, ਤੇ ਲੈ ਕੇ ਕੀ ਚੱਲ ਜਾਂਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਸ ਸਰਪ ਨੇ ਸਾਵਧਾਨ ਹੋ ਕੇ ਸੇਵਾ ਨਿਭਾਈ 25-30 ਮਿੰਟ, ਬਿਲਕੁਲ ਫਨ ਸਤਿਗੁਰਾਂ ਦੇ ਚਿਹਰੇ ਤੇ ਲੈ ਗਿਆ, ਤੇ ਉਹਨਾਂ ਚਿਰ ਬਿਲਕੁਲ ਟਿਕਿਆ ਰਿਹਾ। ਤੇ ਅੱਜ ਵੀ ਕਿਤੇ ਤੁਸੀਂ ਵੇਖਿਓ ਜਿਹੜੇ ਜਗਿਆਸੂ ਆ ਨਾ, ਮੰਜੀ ਸਾਹਿਬ ਵੇਖ ਲਿਓ, ਹਜੂਰ ਸਾਹਿਬ, ਕਿਤੇ ਮੌਕਾ ਮਿਲੇ ਤੁਹਾਨੂੰ ਉਹਨਾਂ ਦਾ ਟਿਕਾਓ ਵੇਖਣਾ। ਭਾਈ ਵੀਰ ਸਿੰਘ ਨੇ ਇੱਕ ਗੱਲ ਕਹੀ ਸੀ, ਕਹਿੰਦੇ ਮੈਂ ਹਰਿਮੰਦਰ ਸਾਹਿਬ ਗਿਆ ਅੰਮ੍ਰਿਤ ਵੇਲੇ, ਉੱਥੇ ਕੋਈ ਰੂਹ ਇੱਦਾਂ ਥੰਮੀ ਦੇ ਨਾਲ ਇੱਦਾਂ ਲੱਕ ਲਾ ਕੇ ਨਾ ਇੱਦਾਂ ਬੈਠਾ, ਉਹ ਕਿਸੇ ਰਸ ਵਿੱਚ ਸੀ, ਤੇ ਮੈਂ ਆਪਣੀ ਚਲਾਕੀ ਵਰਤੀ, ਕਈ ਵਾਰੀ ਮੇਰੇ ਵਰਗਾ ਚਲਾਕ ਵੀ ਬਣਦਾ ਨਾ, ਉਹ ਕਹਿੰਦੇ ਉਹ ਜੁੜਿਆ ਸੀ ਤੇ ਉਧਰੋਂ ਨਗਾਰਾ ਵੱਜ ਗਿਆ, ਅਰਦਾਸ ਹੋ ਗਈ, ਤੂੰ ਠਾਕੁਰ ਤੁਮ ਪੈ। ਤੇ ਉਹ ਭਾਈ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਲਿਖਿਆ, ਕਹਿੰਦੇ ਮੈਨੂੰ ਬੜਾ ਗੁੱਸਾ ਆਇਆ, ਕਈ ਵਾਰੀ ਬੰਦਾ ਸਮਝ ਨਹੀਂ ਸਕਦਾ ਅਵਸਥਾ ਨੂੰ, ਕਹਿੰਦੇ ਮੈਂ ਜਾ ਕੇ ਤੇ ਉਹਨੂੰ ਮੋਢੇ ਤੋਂ ਫੜ ਕੇ ਲਾਤਾ, ਚੰਗਾ ਜ਼ੋਰ ਨਾਲ ਲਾਇਆ, ਤੇ ਜਦੋਂ ਉੱਠਿਆ ਤੇ ਮੈਂ ਕਿਹਾ ਓਏ ਤੂੰ ਸੁੱਤਾ, ਅਰਦਾਸ ਹੁੰਦੀ ਹੀ ਉਹ। ਕਹਿੰਦਾ ਤੇਰਾ ਭਲਾ ਹੋ ਜੇ ਤੇਰਾ, ਕਿਹੜੀਆਂ ਅਰਦਾਸਾਂ ਕਰਦਾ ਫਿਰਦਾ, ਲੋਕੀ ਬਾਹਰੋਂ ਖੜੋਤੇ ਐ, ਮੈਨੂੰ 48 ਘੰਟੇ ਹੋ ਗਏ ਅੰਦਰੋਂ ਖੜੋਤਾ ਗੁਰੂ ਅੱਗੇ, ਹੁਣ ਉੱਥੇ ਕੀ ਕਵਾਂਗੇ? ਕਹਿੰਦੇ ਤੁਸੀਂ ਤਾਂ ਇਦਾਂ ਹੀ ਖੜੋਤੇ ਦੀਦੇ ਐ, ਕਹਿੰਦੇ ਅੱਜ ਤੂੰ ਬਹੁਤ ਮਾੜਾ ਕੀਤਾ, ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਸੇਵਾ ਕਰਦੇ ਨੂੰ ਭਾਂਡਿਆਂ ਦੀ, ਲੰਗਰ ਦੀ, ਵੀ ਆਹ ਅਵਸਥਾ ਮੈਨੂੰ ਮਿਲ ਜੇ ਵੀ ਜਦੋਂ ਮੈਂ ਸੁਰਤੀ ਜੋੜਾਂ, ਸੁਰਤੀ ਕਰਕੇ ਗੁਰੂ ਰਾਮਦਾਸ ਦੀ ਗੋਦੀ 'ਚ ਖੇਡਦਾ ਪਿਆ ਸੀ, ਗੁਰੂ ਰਾਮਦਾਸ ਮੇਰੇ ਨਾਲ ਲਾਡ ਕਰਦੇ ਪਏ ਸੀ, ਪਰ ਤੂੰ ਅੱਜ ਮੇਰੇ ਪਿਆਰ ਦੀ ਡੰਡ ਲਾ ਕੇ ਰੱਖਤੀ ਹੋ। ਭਾਈ ਸਾਹਿਬ ਕਹਿੰਦੇ ਮੈਂ ਬੜਾ ਪਛਤਾਇਆ ਉਸ ਵੇਲੇ ਕਿ ਵਾਕਿਆ ਹੀ ਪਤਾ ਨਹੀਂ ਕਿਹੜੀ ਰੂਹ ਕਿੱਥੇ ਜੁੜੀ ਹੁੰਦੀ, ਆਪਾਂ ਤਾਂ ਬਾਹਰੋਂ ਹੀ ਹਿਸਾਬ ਕਿਤਾਬ ਲਾਉਂਦੇ ਰਹਿੰਦੇ, ਜਿੰਨੀ ਕੁ ਮਹੱਤ ਆਪਾਂ ਨੂੰ ਆਖੋ ਸਤਨਾਮ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਜਦੋਂ ਵੀ ਸੰਗਤ ਜੀ ਗੁਰੂ ਕੋਲ ਕਥਾ 'ਚ ਬਹਿਣਾ, ਜਿਹੜੇ ਜਗਿਆਸੂ ਨੇ ਉਹਨਾਂ ਦੀ ਸੁਰਤ ਗੁਰੂ ਸਾਹਿਬ ਨੂੰ ਵੇਂਦੀ ਹੈ, ਤੇ ਜਿਹੜਾ ਅਜੇ ਨਹੀਂ ਜੁੜਿਆ ਉਹ ਤਾਂ ਜਿਹੜੇ 15-20 ਮਿੰਟ ਬਹਿਣਾ ਉਹ ਤਾਂ ਝੂਟੇ ਲਈ ਜਾਂਦਾ, ਨਾਲ ਦੇ ਉਹਨੂੰ ਨਹੀਂ ਬਹਿਣ ਦਿੰਦਾ, ਉਹਨੂੰ ਵੀ ਕਹਿੰਦਾ ਘੜੀ ਮੁੜੀ ਚੱਲ ਗਏ ਹੁਣ ਆਪਾਂ ਚੱਲ ਗਏ। ਐਸੀ ਅਵਸਥਾ ਜਿਹੜੀ ਉਹ ਕਰਮਾਂ ਵਾਲਿਆਂ ਨੂੰ ਮਿਲਦੀ ਹੈ। ਕਹਿੰਦੇ ਫਿਰ ਰਾਏ ਜੀ ਨੇ ਆਪਣੇ ਘੋੜੇ ਨੂੰ ਅੱਗੇ ਨੂੰ ਤੋਰਨਾ ਕੀਤਾ, ਕਹਿੰਦੇ ਜਦੋਂ ਮਹਾਰਾਜ ਸਾਹਿਬ ਦੇ ਚਿਹਰੇ ਦੇ ਲਾਗੇ ਗਏ ਤੇ ਚਿਹਰਾ ਲਾਲ ਸੁਰਖ, ਬੜਾ ਪਿਆਰਾ ਨੂਰ ਹੀ ਨੂਰ ਮਹਾਰਾਜ ਦੇ ਚਿਹਰੇ ਦੇ ਉੱਤੇ, ਤੇ ਰਾਏ ਜੀ ਨੂੰ ਸਕੂਨ ਮਿਲਿਆ ਕਿ ਜੇ ਸੱਪ ਨੇ ਡੰਗ ਮਾਰਿਆ ਹੁੰਦਾ ਤੇ ਚਿਹਰੇ ਦਾ ਰੰਗ ਬਦਲ ਜਾਣਾ ਸੀ। ਅੱਜ ਵੀ ਜਦੋਂ ਆਪਣੀ ਡੈਥ ਹੁੰਦੀ ਨਾ, ਉਦੋਂ ਚਿਹਰਾ ਪੀਲਾ ਹੋ ਜਾਂਦਾ, ਆਪਾਂ ਸਾਰੇ ਜਾਈਦਾ ਵੇਖੀਦਾ ਨਾ, ਮੂੰਹ ਵੇਖਣਾ ਜਿਹਨੂੰ ਕਹਿੰਦੇ ਆ, ਤੇ ਉਸ ਵੇਲੇ ਸਰੀਰ ਉਹੋ ਹੀ ਹੁੰਦਾ ਵਾ, ਪਰ ਰੰਗ ਪੀਲਾ ਪੈ ਜਾਂਦਾ ਜਦੋਂ ਬੋਡੀ ਸਾਰੀ ਡੈਡ ਹੋ ਜਾਂਦੀ ਹੈ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਦੇ ਦਾਤੇ ਨੇ ਮੇਰੇ ਸਾਹਿਬ ਦਾ ਸੋਹਣਾ ਮੁੱਖ ਵੇਖਿਆ, ਗੁਰ ਸੁੰਦਰ ਮੋਹਨ ਹਰ ਪ੍ਰੇਮ ਮੇਰਾ ਹਿਰਦੈ ਸਭ ਆਸਾ। ਕਹਿੰਦੇ ਜਦੋਂ ਮਹਾਰਾਜ ਦਾ ਮੁਖੜਾ ਦੇਖਿਆ ਰਾਏ ਬੁਲਾਰ ਨੇ, ਉਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਕਿਵੇਂ। ਅਸਲ 'ਚ ਪਿਆਰ ਇਹਨੂੰ ਕਹਿੰਦੇ ਵੀ ਤੁਸੀਂ ਕਥਾ ਕੀਰਤਨ 'ਚ ਬਹਿ ਜਾਓ, ਪਤਾ ਹੀ ਨਾ ਲੱਗੇ ਵੀ ਟਾਈਮ ਕਿੱਧਰ ਦੀ ਹੋ ਗਿਆ, ਉਹਨੂੰ ਪਿਆਰ ਕਹਿੰਦੇ ਆ। ਜਦੋਂ ਆਪਾਂ ਵੇਖੀ ਜਾਣਾ, ਕਿਉਂਕਿ ਘੜੀ ਬਣਾਈ ਬੰਦੇ ਨੇ, ਤੇ ਬੰਦੇ ਦੀ ਬਣਾਈ ਘੜੀ ਦੇ ਨਾਲ ਰੱਬ ਦਾ ਕੋਈ ਰਿਸ਼ਤਾ ਜੁੜ ਨਹੀਂ ਸਕਦਾ, ਇਹ ਪੱਕੀ ਗੱਲ ਹੈ, ਕਿਉਂਕਿ ਉਹ ਬੇਪਰਵਾਹ ਏ, ਤੇ ਬੇਪਰਵਾਹ ਦੀਆਂ ਕਥਾ ਕਹਾਣੀਆਂ ਟਾਈਮਾਂ ਟੂਮਾਂ ਦੇ ਵਿੱਚ ਵੱਜੀਆਂ ਨਹੀਂ ਜਾ ਸਕਦੀਆਂ। ਘੜੀ ਤਾਂ ਬਣੀ ਮਗਰੋਂ, ਅਕਾਲ ਪੁਰਖ ਨੇ ਧਰਤੀ ਬਣਾਈ ਪਹਿਲਾਂ, ਆਖੋ ਸਤਨਾਮ। ਜਿਹਨੂੰ ਜਪਜੀ ਸਾਹਿਬ ਪੜ੍ਹਦੇ ਹੁੰਦੇ ਸਾਰੇ, ਮਹਾਰਾਜ ਕਹਿੰਦੇ ਥਿਰਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਗੀ ਕੋ ਸਾਜੇ ਆਪੇ ਜਾਣੈ ਸੋਈ। ਤੇ ਫਿਰ ਕਹਿੰਦੇ ਤੈਨੂੰ ਕਿਹਨੇ ਆਖਿਆ ਵੀ ਮੰਗਲਵਾਰ ਸਿਰ ਨਹੀਂ ਨਹਾਈਦਾ, ਹੁਣ ਭੱਜੋ ਕਿਤੇ ਭੱਜਣਾ। ਸਾਡੇ ਘਰ 'ਚ ਨਾ ਕਿ ਪੁੱਤ ਸ਼ਨੀਵਾਰ ਨਹੀਂ ਸਿਰ ਨਹਾਉਣਾ, ਕਿਹਾ ਕੀ ਹੋਇਆ,
ਚੰਗਾ ਨਹੀਂ ਹੁੰਦਾ। ਮੰਗਲਵਾਰ ਵੀਰਵਾਰ ਮਹਾਰਾਜ ਦੀ ਬਾਣੀ ਕਹਿੰਦੀ ਜਦੋਂ ਪਤਾ ਹੀ ਨਹੀਂ ਕਿਸੇ ਨੂੰ, ਵਕਤ ਨਾ ਪਾਇਓ ਕਾਦੀਆ, ਕਾਜੀਆਂ ਨੂੰ ਨਹੀਂ ਪਤਾ ਵੀ ਜਿੱਦਣ ਧਰਤੀ ਬਣੀ ਉਦਣ ਮੰਗਲਵਾਰ ਹੀ, ਸੋਮਵਾਰ ਹੀ, ਕਿੰਨੀ ਤਰੀਕ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਇਹ ਤੇ ਮਹਾਰਾਜ ਕਹਿੰਦੇ ਜੋਗੀਆਂ ਨੂੰ ਕਹਿੰਦੇ ਤੁਸੀਂ ਕਹਿੰਦੇ ਮੇਰੀ 500 ਸਾਲ ਉਮਰ, ਕਿਸੇ ਦੀ 1000 ਵਰਾ, ਦੱਸੋ ਕਦੋਂ ਧਰਤੀ ਬਣੀ। ਮਹਾਰਾਜ ਕਹਿੰਦੇ ਥਿਤਵਾਰ ਨਾ, ਜੋਗੀ ਕਹਿੰਦੇ ਸਾਨੂੰ ਵੀ ਨਹੀਂ ਪਤਾ। ਤੇ ਮਹਾਰਾਜ ਕਹਿੰਦੇ ਫਿਰ ਲੋਕਾਂ ਨੂੰ ਕਾਹਤੋਂ ਡਰਾਉਂਦੇ ਵਿਚਾਰਿਆਂ ਨੂੰ। ਸਾਰੇ ਦਿਨ ਵਾਰ ਮਹੂਰਤ ਚੰਗੇ ਹੁੰਦੇ ਆ। ਕਈ ਕਹਿਣਗੇ ਬਾਬਾ ਜੀ ਪੈਂਚਕਾਂ ਕਦੋਂ ਉਤਰਨੀਆਂ। ਮੈਂ ਕਿਹਾ ਚੜੀਆਂ ਕਿੱਥੇ ਆ, ਆਖੋ ਸਤਨਾਮ। ਜਿਹੜੀਆਂ ਉਤਰਦੀਆਂ ਹੈ ਨਾ, ਇੱਦਾਂ ਬੜਾ ਕੁਝ ਸ਼ਰਾਧ ਕਦੋਂ ਉਤਰਨੇ ਆ, ਉਹ ਕੀ ਹੁੰਦੇ ਕਿਤੇ ਚੜਾਏ ਹੋਏ। ਇਹ ਸਾਰਾ ਕੁਝ ਗੁਰੂ ਨਾਨਕ ਨੇ ਖੰਡਨ ਕੀਤਾ। ਕਰਮਾਂ ਵਾਲਿਓ ਮਾਫ ਕਰਿਓ, ਇਹ 'ਚ ਕੋਈ ਸ਼ੱਕ ਨਹੀਂ। ਜੇ ਮੰਨ ਲਓ ਮੇਰਾ ਜਨਮ ਹੀ ਪੈਂਚਕਾਂ ਵਾਲੇ ਦਿਨ ਹੋ ਜੇ, ਮੈਨੂੰ ਸੁੱਟ ਕੇ ਆਉਂਗੇ। ਮੰਨ ਲਓ ਰੱਬ ਨਾ ਕਰੇ ਕਿਸੇ ਦੇ ਘਰ ਬੇਟਾ ਹੀ ਉਦਣ ਜੰਮੇ ਜਿੱਦਣ ਉਹ ਦਿਨ ਹੋਵੇ ਜਿਹਨੂੰ ਆਪਾਂ ਕਿੰਨੇ ਕਲੈਣਾ, ਫਿਰ ਕੋਈ ਦਿਨ ਨਹੀਂ ਮਾੜਾ, ਕੋਈ ਰੁੱਤ ਨਹੀਂ ਮਾੜੀ। ਸਭ ਬੰਦੇ ਦੇ ਵਿਚਾਰ ਨੇ, ਬੰਦਾ ਵੀ ਨਹੀਂ ਕੋਈ ਮਾੜਾ, ਬੰਦੇ ਦੇ ਵਿਚਾਰ ਮਾੜੇ ਐ। ਜਦੋਂ ਵਿਚਾਰ ਚੰਗੇ ਆ ਜਾਣ ਸੰਤ ਬਣ ਗਿਆ, ਵਿਚਾਰ ਮਾੜੇ ਆ ਗਏ ਤੇ ਔਖਾ ਹੋ ਜਾਂਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ। ਵੈਸੇ ਕਹਿੰਦੇ ਨਾ ਜਦੋਂ ਬੰਦੇ ਕੋ ਮਾਇਆ ਆਉਂਦੀ ਉਹਦਾ ਦਿਮਾਗ ਹਿੱਲ ਜਾਂਦਾ। ਤੇ ਤੁਹਾਨੂੰ ਪਤਾ ਅੱਜ ਹੀ ਖਬਰ ਆ ਰਹੀ ਸੀ, ਉਹਦਾ ਦਿਮਾਗ ਹਿੱਲ ਗਿਆ ਕਲਾਕਾਰ ਦਾ। ਉਹਦੇ ਸਿਰ 'ਚ ਬੜੇ ਤੋੜਿਆਂ ਨਾਲ ਮਾਇਆ ਪਾਈ ਲੋਕਾਂ ਨੇ, ਉਹਦੇ ਦਿਮਾਗ 'ਚ ਫਰਕ ਪੈ ਗਿਆ। ਉਹਨੇ ਅੱਜ ਬਿਆਨ ਕੋਈ ਦੇਤਾ, ਹੁਣ ਮਾਫੀਆਂ ਮੰਗਣ ਦਿਆ। ਕਿਹਦਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਸ਼ 'ਚੋਂ ਹੋਏ ਉਹ ਤਾਂ ਗੰਦਗੀ ਖਾਣ ਵਾਲੇ। ਉਹ ਐਸੀ ਗੱਲ ਹੈ ਵੀ ਵਾਕਿਆ ਬਾਣੀ ਕਹਿੰਦੀ ਮਾਇਆ ਧਾਰੀ ਆ ਤੰਨਾ ਬੋਲਾ। ਇਹ ਜਦੋਂ ਜਾਦੀ ਵੀ ਆ ਜਾਂਦੀ ਹੈ ਨਾ, ਤੇ ਫਿਰ ਜਿੱਦਾਂ ਉਹ ਮੁਸਲਮਾਨ ਕਹਿੰਦਾ ਨਾ ਵੀ ਚੂਹੇ ਨੇ ਹੀਰਾ ਖਾ ਲਿਆ ਤੇ ਬਾਕੀ ਚੂਹੇ ਇਕੱਠੇ ਤੇ ਉਹ ਇਕੱਲਾ ਹੀ ਤੁਰਿਆ ਫਿਰੇ ਵੱਖਰਾ ਹੀ। ਉਹ ਕਹਿੰਦੇ ਵੀ ਇੰਨੇ ਚੂਹਿਆਂ 'ਚੋਂ ਕਿੱਦਾਂ ਲੱਭਾਂਗੇ ਹੀਰਾ। ਉਹਨੇ ਡੰਡਾ ਫੜਿਆ ਤੇ ਉਹ ਜਿਹੜਾ ਪਾਸੇ ਉਹਦੇ ਸਿਰ 'ਚ ਮਾਰਿਆ, ਚੂਹਾ ਮਰ ਗਿਆ। ਜਦੋਂ ਉਹਦਾ ਢਿੱਡ ਪਾੜਿਆ ਵਿੱਚੋਂ ਉਹ ਹੀਰਾ ਨਿਕਲਿਆ। ਉਹ ਕਹਿੰਦਾ ਵੀ ਕਮਾਲ ਹੈ, 1200-1300 ਚੂਹੇ ਦੇ ਵਿੱਚੋਂ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਸ ਚੂਹੇ ਕੋਈ ਹੀਰਾ। ਕਹਿੰਦਾ ਦਰਅਸਲ ਜਦੋਂ ਮੂਰਖ ਬੰਦੇ ਕੋ, ਬੇਪਿਆਰ ਬੰਦੇ ਕੋ, ਬੇਪੱਤੇ ਬੰਦੇ ਕੋ ਮਾਇਆ ਆਉਂਦੀ ਹੈ ਨਾ, ਉਹ ਆਪਣਿਆਂ ਨੂੰ ਮਿਲਣਾ ਛੱਡ ਦਿੰਦਾ। ਅੱਜ ਵੀ ਕਈਆਂ ਨੂੰ ਮਾੜਾ ਜਿਹਾ ਦਿਨ ਕੀ ਬਦਲ ਗਏ, ਬੁਲਾਉਣਾ ਹੀ ਹਟ ਗਏ। ਫਿਰ ਕੀ ਹੋ ਗਿਆ, ਜਿਹੜਾ ਬੁਲਾਉਂਦਾ ਉਹਨੂੰ 10 ਗੁਣਾ ਵੱਧ ਬੁਲਾਓ। ਰੋਟੀ ਤਾਂ ਆਪਦੀ ਖਾਣੀ, ਪਰ ਮੈਂ ਕਈ ਬੰਦੇ ਜ਼ਿੰਦਗੀ 'ਚ ਪਰਖਿਆ, ਉਹਨਾਂ ਨੂੰ ਬਸ 4 ਛਿੱਲੜ ਕੀ ਆ ਗਏ, ਗੱਡੀ ਕੀ ਲੈ ਲਈ, ਉਹਨਾਂ ਦੇ ਮੂੰਹ ਹੀ ਮੋੜ ਲਏ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ। ਇੱਧਰ ਵੇਖੋ 34 ਕੇ 35 ਹਜ਼ਾਰ ਕਿੱਲੇ ਦਾ ਮਾਲਕ ਹੈ ਰਾਏ ਬੁਲਾਰ। ਧੰਨ ਮੇਰੇ ਗੁਰੂ ਨਾਨਕ ਨੂੰ ਕਿੱਦਾਂ ਪਿਆਰ ਕਰਦਾ ਹੈ। ਨਿਕਟ ਗਏ ਸੁਨ ਖਰਕਾ ਖੁਰਕੋ। ਹਰ ਕਹਿੰਦੇ ਜਦੋਂ ਘੋੜਾ ਹੌਲੀ ਹੌਲੀ ਤੋਰਿਆ ਰਾਏ ਨੇ, ਤੇ ਜਦੋਂ ਘੋੜੇ ਤੋਂ ਉਤਰ ਕੇ ਕਹਿਣ ਲੱਗੇ ਮੈਂ ਨੇੜੇ ਨਹੀਂ ਲਿਜਾਣਾ, ਮੇਰੇ ਪਿਆਰੇ ਦੀ ਕਿਤੇ ਅੱਖ ਨਾ ਖੁੱਲ ਜੇ। ਜਿੱਦਾਂ ਮਾਂ ਬੱਚੇ ਲਈ ਸਾਰੀ ਰਾਤ ਪੱਖੀ ਝੱਲਦੀ ਵੀ ਇਹਦੀ ਅੱਖ ਨਾ ਖੁੱਲੇ, ਮੇਰੀ ਭਾਵੇਂ ਨਾ ਲੱਗੇ। ਗਿੱਲੇ ਥਾਂ ਤੇ ਪੈਂਦੀਆਂ ਆਪ ਮਾਵਾਂ, ਸੁੱਕੇ ਥਾਂ ਤੇ ਮਾਵਾਂ 100 ਲਾਡ। ਗਿੱਲੀ ਥਾਂ ਤੇ ਪੈਂਦੀਆਂ ਆਪ, ਸੁੱਕੀ ਥਾਂ ਤੇ ਇਹਨਾਂ ਨੂੰ ਪਾਉਂਦੀਆਂ ਨੇ। ਇਸ ਤਰ੍ਹਾਂ ਰਾਏ ਬੁਲਾਰ ਜੀ ਹੌਲੀ ਜੀ ਘੋੜੇ ਤੋਂ ਉਤਰੇ ਤੇ ਖੁਸ਼ੀ ਦੇ ਨਾਲ ਉਹਨਾਂ ਦਾ ਮਨ ਜਿਹੜਾ ਭਰ ਗਿਆ ਹੈ। ਮਨ ਸੁਚੇਤ ਭਾਵੇ ਦੀ ਵਰਕੋ। ਔਰ ਕਹਿੰਦੇ ਹਨ ਕਿ ਜਦੋਂ ਫਿਰ ਮਹਾਰਾਜ ਦੇ ਵੱਲ ਨੂੰ ਤੁਰੇ ਨੇ, ਰਾਏ ਦੇ ਘੋੜੇ ਦੇ ਚਰਨਾਂ ਪੈਰਾਂ ਦਾ ਜਿਹਦਾ ਖੜਾਕ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਨੂੰ ਜਦੋਂ ਤੁਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਖ ਖੁੱਲ ਗਈ। ਆਖੋ ਸਤਨਾਮ। ਮਹਾਰਾਜ ਕਿਸੇ ਖੁਮਾਰੀ 'ਚ ਲੇਟੇ ਪਏ ਸੀ, ਪਰ ਜਦੋਂ ਘੋੜੇ ਦੇ ਪੈੜ ਉਹਦੇ ਖੁਰ ਜਿਹੜੇ ਹਿੱਲੇ ਤੇ ਰਾਏ ਆਪਣੇ ਵੱਲੋਂ ਤਾਂ ਬੜੇ ਪ੍ਰੇਮ ਦੇ ਨਾਲ ਗਿਆ ਵੀ ਮੇਰੇ ਪਾਤਸ਼ਾਹ ਇੱਕੇ ਵਾਰੀ ਉੱਠਣਾ ਪੈਣ। ਇਹਨੂੰ ਪਿਆਰ ਕਹਿੰਦੇ ਐ। ਸੱਚ ਜਾਣਿਓ ਮਾਂ ਦੀ ਠਾਉਣੀ ਯਾਦ ਆ ਗਈ ਅੱਜ, ਕਿ ਜਦੋਂ ਮਾਂ ਸਿਰ ਤੇ ਨਿੱਕੇ ਸੀ ਨਾ, ਜੇ ਬੱਚੇ ਨੂੰ ਠਾਉਣਾ ਵੀ ਹੁੰਦਾ ਤੇ ਮਾਂ ਕਦੇ ਜਾ ਕੇ ਕੰਬਲ ਨਹੀਂ ਖਿੱਚਦੀ। ਪਹਿਲਾਂ ਉਹਨੇ ਜਾਣਾ, ਹੌਲੀ ਜੀ ਚਿਹਰੇ ਤੋਂ ਲਾਉਣਾ, ਫਿਰ ਸਿਰ ਦੇ ਉੱਤੇ ਹੱਥ ਫੇਰਨਾ, ਫਿਰ ਗੱਲਾਂ ਤੇ ਫੇਰਨਾ, ਫਿਰ ਹੱਥ ਫੜ ਕੇ ਏਦਾਂ ਮਲਨੇ, ਫਿਰ ਨੱਕ ਫੜ ਕੇ ਕਹਿਣਾ ਉੱਠੋ ਮੇਰਾ ਸੋਹਣਾ ਲਾਲ। ਏਦਾਂ ਹੀ ਆ ਨਾ। ਤੇ ਜਿੱਦਣ ਜਾਂਦੀਆਂ ਮਰ ਅੱਖਾਂ ਉਦੋਂ ਖੋਲਦੀਆਂ।
ਵੀ ਜਦੋਂ ਰਾਤ ਨੂੰ ਬੰਦਾ ਪਿਆ ਹੋਵੇ ਤੇ ਸਵੇਰੇ ਉੱਠ ਕੇ ਅਗਲਾ ਇਦਾਂ ਹੀ ਭਰ ਕੇ ਰੋ ਕੇ ਚਾਦਰ ਚੁੱਕ ਕੇ ਕਹਿੰਦਾ ਮਰ ਜਿਉ, ਦਿਨ ਚੜ ਗਿਆ, ਉੱਠਣਾ ਨਹੀਂ ਹੈ। ਅੱਧਾ ਦਿਲ ਤੇ ਉਦੋਂ ਹੀ ਤਰੁਕ ਜਾਂਦਾ ਜਦੋਂ ਅਗਲਾ ਕਹਿੰਦਾ ਵੀ ਤੈਨੂੰ ਨਹੀਂ ਪਤਾ ਵੀ ਕੰਮ ਤੇ ਜਾਣਾ, ਤੂੰ ਸੁੱਤੀਆਂ ਪਾ ਕੇ ਆਹ ਕੰਮ ਕਰਨ ਲਾਓ। ਫਿਰ ਯਾਦ ਆਉਂਦੀ ਮੇਰੀ ਮਾਂ ਬੜੀ ਚੰਗੀ ਸੀ, ਜਿਹੜੀ ਮੈਨੂੰ ਠਾਉਣ ਲੱਗਿਆ ਵੀ 100 ਵੇਰਾ ਵੇਂਦੀ ਸੀ ਵੀ ਕਿਤੇ ਠਾਉਂਦਿਆਂ ਹੀ ਨਾ ਦਿਲ ਟੁੱਟ ਜੇ ਦਾ। ਕਦਰ ਕਰਿਆ ਕਰੋ ਸੰਗਤ ਜੀ, ਜਿਨ੍ਹਾਂ ਦੇ ਕੋਲ ਅਜੇ ਮਾਵਾਂ ਹੈਗੀਆਂ ਲੱਭਣੀਆਂ ਨਹੀਂ ਜੇ, ਮੁੜ ਕੇ ਰੋਇਆ ਕਰੋਗੇ ਜੀ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ। ਰਾਏ ਬੁਲਾਰ ਜੀ ਪ੍ਰੇਮ ਨਾਲ ਗਏ, ਪਰ ਉਹ ਚਾਹੁੰਦੇ ਸੀ ਕਿ ਮੈਂ ਉਠਾਵਾਂ ਬਾਬੇ ਨਾਨਕ ਨੂੰ। ਬੋਲੋ ਜੀ, ਮੈਂ ਉਠਾਵਾਂ। ਪਰ ਉਹ ਇੰਨਾ ਕਿ ਨਹੀਂ ਜਾਣਦਾ ਵੀ ਬਾਬਾ ਸੁੱਤਾ ਹੀ ਨਹੀਂ। ਉਹ ਤਾਂ ਕਿਸੇ ਦੀ ਸੇਵਾ ਤਾਰ ਰਹੇ ਸੀ, ਸੁੱਤਾ ਥੋੜਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨਾਲ ਸੌਂਦੇ ਹੀ ਹੈ, ਕਿਉਂਕਿ ਜਿੱਦਨ ਉਹ ਸੌਂਗੇ ਫਿਰ ਆਪਣਾ ਕੀ ਬਣੂਗਾ, ਕਿਉਂਕਿ ਉਹ ਸੁੱਤਾ ਨਹੀਂ, ਭੂਲੀ ਮਾਲਣੀ ਹੈ ਉਹ ਸਤਿਗੁਰ। ਮੇਰੇ ਪਾਤਸ਼ਾਹ 24 ਘੰਟੇ ਜਾਗਦੇ ਤੇ ਆਪਣੇ ਸਾਹ ਚੱਲਣ ਦੇ, ਚੰਦਰਮਾ ਚਾਨਣੀ ਦੇ ਰਿਹਾ, ਤਾਰੇ ਚੜ ਰਹੇ ਹੈ, ਉਹਦੀ ਹਸਤੀ ਜਾਗਣ ਵਾਲੀ ਹੈ। ਤਨ ਸੁਚੇਤ ਭਾਵੇਂ ਦੀ ਬਰਕੋ। ਕਹਿੰਦੇ ਮਹਾਰਾਜ ਸਾਹਿਬ ਜੀ ਉਸ ਵੇਲੇ ਸੁਚੇਤ ਹੋ ਗਏ। ਲੋਚਨ ਵਿਦਸੇ ਦਲ ਪੁਸ਼ਕਰ ਸੇ। ਉਧਰੋਂ ਰਾਏ ਬੁਲਾਰ ਜੀ ਨੇੜੇ ਆ ਗਏ ਤੇ ਉਧਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਵੇਂ ਨੇਤਰ ਖੋਲਣਾ ਕੀਤੇ। ਚਿਕ ਤਾਰੇ ਬਰ ਮਧੁ ਕਰ ਸੇ। ਕਹਿੰਦੇ ਮਹਾਰਾਜ ਦੀਆਂ ਅੱਖਾਂ ਇੰਨੀਆਂ ਸੋਹਣੀਆਂ, ਜਦੋਂ ਮਹਾਰਾਜ ਨੇ ਆਪਣੀਆਂ ਪਲਕਾਂ ਝਮਕੀਆਂ ਤੇ ਉਸ ਵਕਤ ਰਾਏ ਬੁਲਾਰ ਜੀ ਦਾ ਚਿੱਟਾ ਦਾੜਾ, ਭਾਵਨਾ ਵਾਲਾ ਸਰੂਪ ਸਾਹਮਣੇ ਆਇਆ। ਤੇ ਗੁਰਬਾਣੀ ਕਹਿੰਦੀ ਜਿਨ ਕੋ ਨਦਰ ਨਾਨਕ ਨਦਰੀ, ਨਦਰਾਂ ਦੇ ਨਾਲ ਹੀ ਨਿਹਾਲ ਕਰ ਦਿੱਤਾ। ਔਰ ਕਹਿੰਦੇ ਉਸ ਵੇਲੇ ਰਾਏ ਬੁਲਾਰ ਜੀ ਬੜੇ ਪ੍ਰੇਮ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਹੋਏ ਹਨ। ਸੰਗ ਸਵਾਈ। ਔਰ ਕਹਿੰਦੇ ਉੱਥੇ ਕੀ ਹੋਇਆ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਲ ਅਵਸਥਾ 'ਚ ਹੈ। ਮਹਾਰਾਜ ਦਾ ਕੱਦ ਹੋਵੇਗਾ ਕੋਈ 4 4.5 ਫੁੱਟ ਦੇ ਕਰੀਬ, 5 ਤਾਂ ਨਹੀਂ ਹੋਣਾ ਕਿਉਂਕਿ ਬਾਲਕ ਨੇ ਅਜੇ 9 ਸਾਲ ਦੇ। ਤੋ ਇਸ ਤਰ੍ਹਾਂ ਰਾਏ ਬੁਲਾਰ ਜੀ ਤਾਂ ਕਾਫੀ ਜਵਾਨ ਸੀ। ਵੈਸੇ ਵੀ ਅੱਜ ਜਦੋਂ ਕਿਤੇ ਬਾਘਾ ਬਾਰਡਰ ਤੇ ਜਾਈਏ ਨਾ ਆਪਾਂ, ਚਲੋ ਭਾਵੇਂ ਠੀਕ ਹੈ ਆਪਣੇ, ਪਰ ਅੱਜ ਵੀ ਸਭ ਤੋਂ ਉੱਚਾ ਕੱਦ ਜੇ ਕਿਸੇ ਦਾ ਤੇ ਪਠਾਣਾ ਦਾ ਏ। ਉਹਨਾਂ ਨੂੰ ਰੱਬ ਨੇ ਹੁਸਨ ਬੜਾ ਦਿੱਤਾ। ਆਪਣੇ ਹੁਣ ਬੱਚੇ ਜਿੰਨੇ ਵੀ ਆਉਣ ਵਾਲੀ ਜਨਰੇਸ਼ਨ ਹੈ 5.5 5.5 ਫੁੱਟ ਕੱਦ ਹੈ। ਅੱਜ ਵੀ ਉਹਨਾਂ ਪਠਾਣਾ ਦਾ 6.5 ਪੌਣੇ 7 ਦੇ ਕਰੀਬ ਏਡੇ ਏਡੇ ਜਵਾਨ ਹੈ ਉਹ, ਕਿਉਂਕਿ ਬਹੁਤ ਇਬਾਦਤ ਉਹਨਾਂ ਦੇ ਕੋਲ। ਸ਼ੇਖ ਲੋਕ ਜਿਹੜੇ 6.5 ਫੁੱਟ ਹੈ, ਉਹਨਾਂ ਦੀਆਂ ਜਿਹੜੀਆਂ ਧਰਮ ਸੁਪਤਨੀਆਂ ਉਹ ਵੀ ਇੱਦਾਂ ਹੀ ਹੈ। ਇਹ ਖਾਸ ਹੁਸਨ ਜਿਹੜਾ ਵੀ ਰੱਬ ਦੀ ਦੇਣ ਹੈ। ਜਿੰਨੀ ਬੰਦਗੀ ਹੁੰਦੀ ਕਿਸੇ ਦੀ, ਉਹਨਾਂ ਰੱਬ ਨੂੰ ਰੂਪ ਘੜ ਕੇ ਦਿੰਦਾ ਹੈ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਬਾਲ ਅਵਸਥਾ ਵਿੱਚ ਹੈ ਤੇ ਬਾਪੂ ਕਿੱਡਾ ਜਵਾਨ 6.5 ਫੁੱਟ ਦਾ ਰਾਏ ਬੁਲਾਰ। ਤੇ ਜਦੋਂ ਮੇਰੇ ਨਾਨਕ ਪਾਤਸ਼ਾਹ ਦੇ ਨੇਤਰ ਖੋਲੇ, ਮਹਾਰਾਜ ਉੱਠ ਕੇ ਬਹਿ ਗਏ। ਹੁਣ ਜਦੋਂ ਮਹਾਰਾਜ ਦਰਸ਼ਨ ਕਰਿਓ ਭਾਈ ਨਾਲ ਭਾਵਨਾ ਨਾਲ। ਜਦੋਂ ਮਹਾਰਾਜ ਜੀ ਉੱਠ ਕੇ ਬੈਠੇ ਤੇ ਬਾਪੂ ਰਾਏ ਬੁਲਾਰ ਜੀ ਨੇ ਝੁਕਣਾ ਕੀਤਾ, ਕਿਉਂਕਿ ਝੁਕ ਕੇ ਹੀ ਆਨੰਦ ਆਉਂਦਾ। ਜੇ ਕਿਤੇ ਜ਼ਿੰਦਗੀ 'ਚ ਝੁਕਣਾ ਸਿੱਖ ਲਓ। ਜਿੱਦਾਂ ਸੁਕਰਾਂਤ ਜਾ ਰਿਹਾ ਤੇ ਇੱਕ ਫਕੀਰ ਬੈਠਾ ਬੰਦਗੀ ਦੇ ਵਿੱਚ, ਤੇ ਇੱਕ ਨਦੀ ਵਗੰਦੀ ਪਾਣੀ ਦੀ, ਤੇ ਇੱਕ ਬੰਦਾ ਉੱਥੇ ਪਸੀਨੇ ਨਾਲ ਐਨ ਗੜੋਚ ਹੋਇਆ ਤੇ ਕਹਿੰਦਾ ਪਾਣੀ ਪਾਣੀ ਪਾਣੀ। ਤੇ ਸੁਕਰਾਂਤ ਕਹਿੰਦਾ ਵੀ ਕੋਲੇ ਨਦੀ ਵਗੰਦੀ ਹੈ, ਪਾਣੀ ਪਾਣੀ ਕਰਦਾ, ਭਾਵੇਂ ਨਹਾਲਾ। ਫਕੀਰ ਕਹਿੰਦਾ ਤੂੰ ਹੁਣ ਕਹਿੰਦਾ ਮੈਂ ਸਵੇਰ ਦਾ ਕਹਿਣ ਦਿਆਂ, ਪਰ ਕਹਿੰਦਾ ਇਹਦੇ ਭਾਗਾਂ 'ਚ ਨਹੀਂ। ਕਹਿੰਦੇ ਗੱਲ ਕੀ ਵਿੱਚੋਂ? ਕਹਿੰਦਾ ਇਹ ਕਹਿੰਦਾ ਮੈਂ ਸਮਰਾਟ ਹੈ, ਮੇਰੇ ਪਿਓ ਦਾਦੇ ਬਾਬਿਆਂ ਨੇ ਕਦੇ ਕਿਸੇ ਅੱਗੇ ਝੁਕਣਾ ਪਸੰਦ ਨਹੀਂ ਕੀਤਾ। ਕਹਿੰਦੇ ਇਸੇ ਜਿੱਦ ਦੇ ਵਿੱਚ ਸਵੇਰ ਦਾ ਪਿਆਸਾ ਖੜੋਤਾ ਏ, ਪਰ ਇੰਨੀ ਜਿੱਦ ਕਰਨ ਦਿਆ ਵੀ ਮੈਂ ਜੇ ਪਾਣੀ ਪੀਣ ਲੱਗਾ ਤੇ ਮੈਨੂੰ ਝੁਕਣਾ ਪੈਣਾ ਤੇ ਮੈਂ ਝੁਕਣਾ ਹੀ ਨਹੀਂ। ਕਈ ਇਨਸਾਨ ਇੱਦਾਂ ਦੇ ਹੁੰਦੇ ਸਿਰਫ ਆਪਣੀ ਨਕਲੀ ਆਕੜ ਕਰਕੇ ਸਾਰੀ ਜ਼ਿੰਦਗੀ ਗਵਾ ਲੈਂਦੇ। ਝੁਕਣਾ ਪੈਂਦਾ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ, ਦੁਸ਼ਮਣ ਵੀ ਸਾਹਮਣੇ ਹੋਵੇ ਉਹਨੂੰ ਵੀ ਮੱਥਾ ਟੇਕਣਾ ਪੈਂਦਾ। ਇੱਕ ਰਾਜਨੀਤੀ ਹੈ। ਬੜੇ ਬੜੇ ਵਿਦਵਾਨ ਲੋਕ ਇੱਦਾਂ ਕਰਦੇ ਅੱਜ ਕੱਲ੍ਹ। ਅੰਦਰੋਂ ਭਾਵੇਂ ਆਪਾਂ ਕਿਸੇ ਨੂੰ ਨਹੀਂ ਹੈਗੇ, ਪਰ ਦੁਨਿਆਵੀ ਤੌਰ 'ਤੇ ਪੈਰੀਂ ਹੱਥ ਲਾਉਂਦੇ ਅਗਲੇ। ਆਪਾਂ ਵੀ ਹੁਣ ਦੁਨੀਆ 'ਚ ਰਹਿੰਦੇ ਹਾਂ। ਉਹਦਾ ਕਾਰਨ ਹੁੰਦਾ ਹੈ
ਕਿ ਜਦੋਂ ਕਿਸੇ ਤੋਂ ਕੁਝ ਲੈਣਾ ਹੈ ਤੇ ਫਿਰ ਝੁਕਣਾ। ਕਹਿੰਦੇ ਤੇਰੇ ਨਾਲ ਤਾਂ ਚਿੜੀ ਚੰਗੀ ਹੈ, ਜਿੰਨੀ ਵਾਰੀ ਵੀ ਦਾਣੇ ਚੁਗਦੀ ਧਰਤੀ ਤੋਂ ਉਨੀ ਵਾਰੀ ਝੁਕਦੀ ਹੈ। ਤੈਨੂੰ ਰੱਬ ਨੇ ਦੁੱਧ ਪੁੱਤ ਕੋਠੀਆਂ ਗੱਡੀਆਂ ਦਿੱਤੀਆਂ, ਤੇਰੀ ਧੌਣ ਚ ਕੀਲਾ ਠੋਕਿਆ। ਕਿਤੇ ਗੁਰੂ ਗ੍ਰੰਥ ਸਾਹਿਬ ਆਉਂਦੇ ਹੁਣ ਤੂੰ ਗੱਡੀ 'ਚ ਬੈਠਾ ਨਾ ਇੱਦਾਂ ਤੇ ਉਤਰਿਆ ਨਹੀਂ ਥੱਲੇ ਜਾਂਦਾ, ਗੱਡੀ ਬੰਦ ਕਰਕੇ ਤੇ ਸੜਕ ਤੇ ਮੱਥਾ ਟੇਕਿਆ ਕਰ। ਕਿੰਨੀ ਵਾਰੀ ਚਿੜੀ ਚੁਗਦੀ ਦਾਣਾ, ਜਦੋਂ ਚੁਗਦੀ ਧੌਣ ਥੱਲੇ ਫੇਰ ਥੱਲੇ। ਇੰਨਾ ਕੁਝ ਰੱਬ ਨੇ ਦਿੱਤਾ। ਕਈ ਬੰਦੇ ਮੱਥਾ ਨਹੀਂ ਟੇਕਦੇ, ਮੈਂ ਅੱਖੀਂ ਵੇਖੇ। ਉਹਨਾਂ 'ਚ ਆਕੜ ਹੀ ਇੰਨੀ, ਇੱਥੇ ਗੁਰੂ ਘਰ ਵੀ ਆ ਜਾਣਗੇ, ਗੁੱਸਾ ਨਾ ਕਰਿਓ, ਇੱਦਾਂ ਰਹਿਣਗੇ। ਉਹਨਾਂ ਨਹੀਂ ਇੱਦਾਂ ਕਰਨਾ ਵੀ ਕਿਤੇ ਨਿਮਰਤਾ ਆ ਜੇ। ਤੋ ਇਸ ਕਰਕੇ ਕਹਿੰਦੇ ਉਹ ਪਾਣੀ ਨਹੀਂ ਪੀਤਾ, ਪਿਆਸਾ ਮਰ ਗਿਆ, ਪਰ ਕਹਿੰਦਾ ਜੇ ਪਾਣੀ ਪੀਤਾ ਤੇ ਮੇਰੀ ਧੌਣ ਨੀਵੀਂ ਹੋਣੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ। ਬਾਪੂ ਰਾਏ ਬੁਲਾਰ ਵੱਡਾ ਸੀ, ਉਮਰ ਵਿੱਚ ਵੀ, ਪੈਸੇ ਵਿੱਚ ਵੀ, ਲਿਆਕਤ ਵਿੱਚ ਵੀ, ਰਹਿਣੀ ਵਿੱਚ, ਸਹਿਣੀ ਵਿੱਚ, ਪਰ ਵੱਡਿਆਂ ਦਾ ਵੱਡਾ ਅੱਗੇ ਗੁਰੂ ਨਾਨਕ ਸਾਹਿਬ ਹੈ। ਬਾਲ ਅਵਸਥਾ ਵਿੱਚ ਵੱਡਾ ਸਭ ਤੋਂ ਗੁਰੂ ਨਾਨਕ ਪਿਆਰਾ, ਜਿਹਦੇ ਅੱਗੇ ਰਾਏ ਜੀ ਨੇ ਫਿਰ ਝੁਕਣਾ ਕੀਤਾ। ਔਰ ਕਹਿੰਦੇ ਕੀ ਕੀਤਾ? ਗੁਰੂ ਨਾਨਕ ਦੇ ਪਿਆਰੇ 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 ਚਰਨ। ਹੁਣ ਮੈਂ ਸੁਣਾ ਰਿਹਾ, ਮੇਰਾ ਵੱਸ ਨਹੀਂ ਚੱਲਣ ਦਿਆ, ਕਿਤੇ ਬਾਬਾ ਮਿਲ ਜਾਵੇ, ਆਖੋ ਸਤਿਨਾਮ। ਤਾਂ ਬੱਚੇ ਕਿੰਨੇ ਪਿਆਰੇ ਲੱਗਦੇ ਹੈ ਨਾ, ਛੋਟੇ ਛੋਟੇ। ਤੂੰ ਮੇਰੇ ਪਾਤਸ਼ਾਹ ਦੇ ਕੋਮਲ ਜੇ ਚਰਨ ਰਾਏ ਬੁਲਾਰ ਨੇ ਲੰਮੇ ਪੈ ਕੇ ਚੁੰਮ ਲਏ, ਜਿਨ੍ਹਾਂ ਨੂੰ ਪਿਆਰ ਹੋ ਗਿਆ। ਤੇ ਜੇ ਉਹ ਕਹਿੰਦਾ ਵੀ ਮੈਂ 34,000 ਕਿੱਲੇ ਦਾ ਮਾਲਕ, ਮੇਰੇ ਪਿੱਛੇ ਦੁਨੀਆ ਤੁਰੀ ਫਿਰਦੀ ਹੈ, ਮੈਂ ਕਿਉਂ ਬੱਚੇ ਨੂੰ ਪੈਰੀਂ ਹੱਥ ਲਾਵਾਂ? ਪਰ ਜਿੰਨਾ ਲੈਣਾ ਸੀ ਨਾ, ਕੁਝ ਇੱਦਾਂ ਮਿਲਦਾ ਜੇ। ਸੰਗਤੇ ਗੁਣ ਵੀ ਲੈਣਾ ਹੋਵੇ ਨਾ ਤੇ ਝੁਕਣਾ ਪੈਂਦਾ ਹੈ, ਪਾਣੀ ਪੀਣਾ ਝੁਕਣਾ ਪੈਂਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਦੇ ਵਿੱਚ ਪੁੱਛਿਆ, ਬਾਪੂ ਇਹ ਕੀ ਹੈ? ਕਹਿੰਦੇ ਮਹਾਰਾਜ ਮੇਰੇ ਤੋਂ ਪਹਿਲਾਂ ਸੱਪ ਸੇਵਾ ਕਰ ਗਿਆ ਤੇ ਹੁਣ ਮੈਨੂੰ ਵੀ ਕਰ ਲੈਂਦੇ ਹੋ। ਮਹਾਰਾਜ ਦੇ ਛੋਟੇ ਪਿਆਰੇ ਪਿਆਰੇ ਚਰਨਾਂ ਨੂੰ ਰਾਏ ਬੁਲਾਰ ਰਾਜਾ ਰਾਏ ਭੋਏ ਦੀ ਤਲਵੰਡੀ ਦਾ ਅੱਜ ਦੀ ਕਥਾ 'ਚ ਇਹ ਚੀਜ਼ ਤੁਹਾਨੂੰ ਸਿੱਖਣ ਲਈ ਮਿਲੀ ਜੇ। ਸਾਰੀ ਕਥਾ ਦਾ ਰਸ ਵੀ ਇੱਕ ਤੇ ਜਦੋਂ ਗੁਰੂ ਕੋਲ ਬਹਿਣਾ ਸਾਵਧਾਨ ਹੋ ਕੇ ਵਿਆਹ ਕਰੋ, ਯਤਨ ਕਰਿਆ ਕਰੋ। ਚਲੋ ਜਿਨ੍ਹਾਂ ਦੀ ਪ੍ਰੋਬਲਮ ਹੈ ਲੱਕ ਦੀ ਗੋਡਿਆਂ ਦੀ, ਉਹਨਾਂ ਨੂੰ ਮਾਫੀ ਹੈ। ਜਿਨ੍ਹਾਂ ਨੂੰ ਠੀਕ ਜਿੰਨਾ ਚਿਰ ਉਹਨਾਂ ਚਿਰ ਸਾਵਧਾਨ ਰਿਹਾ ਕਰੋ। ਦੂਜੀ ਗੱਲ, ਮੇਰੇ ਸੱਚੇ ਪਾਤਸ਼ਾਹ ਨੂੰ ਜਦੋਂ ਮੱਥਾ ਟੇਕਣਾ ਨਾ 2-4 ਮਿੰਟ ਆਪਣਾ ਮੱਥਾ ਥੱਲੇ ਲੱਗਾ ਰਹਿੰਦਿਆ ਕਰੋ, ਫਿਰ ਵੇਖਿਓ ਜ਼ਿੰਦਗੀ 'ਚ ਰਸ ਆਉਂਦਾ। ਜਦੋਂ ਆਪਾਂ ਕਾਹਲੀ ਕਰਦੇ ਨਾ, ਕਾਹਲੀ ਮੱਥਾ ਟੇਕਦੇ, ਕਾਹਲੀ ਪਰਿਕਰਮਾ ਕਰਦੇ, ਕਾਹਲੀ 'ਚ ਬਹਿੰਦੇ, ਕਾਹਲੀ 'ਚ ਉੱਠਦੇ, ਉਹ ਕਾਹਲੀ ਤੇ ਖਤਮ ਕਰਨੀ ਇੱਥੇ ਆ ਕੇ, ਰਸ ਫੇਰ ਆਵੇਗਾ। ਧੰਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਉੱਠ ਪਏ ਤੇ ਕਹਿੰਦੇ ਬਾਪੂ ਰਾਏ ਬੁਲਾਰ ਜੀ ਜਿਹੜੇ ਸੀ ਉਹ ਬੈਠੇ ਗੋਡਿਆਂ ਪਰਨੇ। ਹੁਣ ਉਹ ਗੋਡਿਆਂ ਪਰਨੇ ਤਾਂ ਹੋਏ ਆ ਕਿਉਂਕਿ ਬਾਬੇ ਨਾਨਕ ਦਾ ਸਰੂਪ ਤੇ ਰਾਏ ਬੁਲਾਰ ਦਾ ਹੁਣ ਦੋਵੇਂ ਨੇ ਇੱਕ ਦੂਜੇ ਨੂੰ ਮਿਲਣਾ ਹੈ। ਤੇ ਇੱਕ 3.5 ਹੈ ਤੇ ਇੱਕ 6 ਹੈ। ਹੁਣ ਦੋਵੇਂ ਕਿੱਦਾਂ ਮਿਲਣਗੇ? ਉਹਨੂੰ ਮਿਲਣ ਵਾਸਤੇ ਸੋਚਿਆ ਵੀ ਜੇ ਗੁਰੂ ਨਾਨਕ ਸਾਹਿਬ, ਜੇ ਮੈਂ ਉੱਚਾ ਹੋਇਆ ਮੇਰੇ ਬਾਬੇ ਨੇ ਮੇਰੇ ਪੂਰਾ ਗਲੇ ਨਹੀਂ ਲੱਗ ਸਕਣਾ। ਕਮਾਲ ਦਾ ਇਤਿਹਾਸ ਲਿਖਿਆ, ਕਹਿੰਦੇ ਦੋਨੇ ਗੋਡੇ ਮੂਧੇ ਮਾਰ ਲਏ ਰਾਏ ਬੁਲਾਰ ਨੇ, ਗੋਡਿਆਂ ਪਰਨੇ ਹੋ ਕੇ ਤੇ ਐਦਾਂ ਹੱਥ ਜੋੜ ਲਏ। ਤੇ ਗੁਰੂ ਨਾਨਕ ਸਾਹਿਬ ਜਦੋਂ ਉੱਠ ਕੇ ਖੜੋਤੇ, ਰਾਏ ਬੁਲਾਰ ਤੇ ਬਾਬਾ ਜੀ ਦੀ ਹਾਈਟ ਜਿਹੜੀ ਸੇਮ ਹੋ ਗਈ। ਆਖੋ ਸਤਨਾਮ ਸ੍ਰੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ। ਹੁਣ ਕਈ ਵਾਰੀ ਹੱਸ ਲਓ ਥੋੜਾ ਜਿਹਾ, ਆਪਾਂ ਆਮ ਹੀ ਵੇਣੇ, ਕਈਆਂ ਦਾ ਰਿਸ਼ਤਾ ਜੁੜਦਾ, ਜੀਵਨ ਸਾਥੀ ਇੱਕੋ ਜਿਹੇ ਹੁੰਦੇ ਆ ਤੇ ਕਈਆਂ ਦਾ ਹੁੰਦਾ ਹੈ ਵੀ ਹੁਣ ਜਿੱਦਾਂ ਸਾਡੇ ਪਿਤਾ ਜੀ ਆ ਉਹ ਤਾਂ 6 ਫੁੱਟ ਹੈ, ਮਾਤਾ ਵਿਚਾਰੀ 4 ਫੁੱਟ ਹੀ ਹੈ। ਉਹ ਜਦੋਂ ਵਿਆਹ ਵਿੱਚ ਜਾਣਾ ਤੇ ਮੂਵੀ ਵਾਲਾ ਕਰੂਗਾ ਜੀ ਬਰਾਬਰ ਹੋ, ਉਹ ਫਿਰ ਮਾਤਾ ਪੈ ਗਈ, ਕਹਿੰਦੇ ਮਰ ਜੇ 50 ਸਾਲ ਹੋ ਗਏ ਬਰਾਬਰ ਨਹੀਂ ਹੋਏ, ਅੱਜ ਕਿੱਥੋਂ ਹੋ ਜਾਈਏ ਹੈ। ਤੁਸੀਂ ਕਹਿੰਦੇ ਸਿੱਧੇ ਹੋ ਬਰਾਬਰ, ਉਹ 6 ਫੁੱਟ ਦਾ ਮੈਂ 4 ਦੀ, ਜਾਂ ਤਾਂ ਥੱਲੇ ਫੱਟੀ ਰੱਖ ਲਾ ਵੀ ਫੇਰ ਹੀ ਬਰਾਬਰ ਕਰ ਲਾ। ਤੋ ਐਸੀ ਖੇਡ ਹੁੰਦੀ ਪਿਆਰ ਦੇ ਵਿੱਚ। ਉਹ ਤਾਂ ਬੜਾ ਸਤਾਉਂਦੇ ਨਾ ਜਦੋਂ ਇੱਥੇ ਵੀ ਆਨੰਦ ਕਰ ਜਾਓ ਭਰਾਵਾ 3 ਵਜ ਕੇ ਲਾਵਾਂ ਕਰ ਲੈਂਦੇ ਹੋ। ਨਹੀਂ ਥੋੜਾ ਜਿਹਾ ਐਨ ਹੋ ਜਾਓ, ਬਰਾਬਰ ਹੋ ਜਾਓ। ਉਹ ਜਦੋਂ ਰੱਬ ਨੇ ਨਹੀਂ ਬਰਾਬਰ ਬਣਾਇਆ, ਤੁਸੀਂ ਕਿੱਥੋਂ ਬਰਾਬਰ ਕਰ ਲਓਗੇ? ਬਿਰਖਿਆ ਹੇਠ ਸਭ ਜੰਥੇ ਇਕੱਠੇ, ਇੱਕ ਤੱਤੇ ਇੱਕ ਰੱਬ। ਕਮਾਲ ਦੀ ਦੁਨੀਆ ਸਾਜੀ, ਕੋਈ ਕਿਸੇ ਦਾ ਚਿਹਰਾ ਨਹੀਂ ਰਲਦਾ, ਸੁਭਾਅ ਨਹੀਂ ਰਲਦਾ, ਕਰਮ ਨਹੀਂ ਰਲਦੇ, ਪਰਾਲਬਧ ਨਹੀਂ ਰਲਦੀ। ਤੋ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਰਲਣਾ ਚਾਹਵੇ ਕੋਈ ਰਲ ਸਕਦਾ? ਰੱਬ ਨਹੀਂ, ਰੱਬ ਨੇ ਤਾਂ ਬਣਾਇਆ, ਪਰ ਬਾਪੂ ਦੇ ਅੰਦਰ ਪਿਆਰ ਹੈ। ਉਹਨੇ ਦੋਵੇਂ ਗੋਡੇ ਮੂਧੇ ਮਾਰੇ ਤੇ 2.5 ਫੁੱਟ ਦਾ ਫਰਕ ਪੈ ਗਿਆ।
ਤੇ ਉਸ ਵੇਲੇ ਫਿਰ ਕਵੀ ਜੀ ਕਿਰਪਾ ਕਰਦੇ ਹਨ। ਪਾਲਿਕ ਦੁਤ ਉਤਰਤ ਰੰਗਾ ਔਰ ਇਸ ਕਰਕੇ ਕਹਿੰਦੇ ਭਾਵਨਾ ਦੇ ਨਾਲ ਅੰਦਰ ਖਿੜ ਗਿਆ ਹੈ। ਪਰ ਰੰਗਨ ਗਰ ਸੰਗ ਮੰਗਾ ਔਰ ਕਹਿੰਦੇ ਰਾਏ ਜੀ ਦੇ ਅੰਦਰ ਬੜਾ ਚਾਅ ਪੈਦਾ ਹੋ ਗਿਆ। ਪਰ ਰੰਗਨ ਗੁਰ ਸੰਗ ਮੰਗਾ, ਕਹਿੰਦੇ ਉਸ ਵੇਲੇ ਨੇਤਰਾਂ 'ਚ ਜਾਲ ਆ ਗਿਆ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਪੂ ਰਾਏ ਇਹ ਤੁਸੀਂ ਉਹੋ ਹੀ ਆ ਨਾ ਜਿੱਦਣ ਮੈਂ ਮੱਝਾਂ ਚਾਰੀਆਂ ਸੀ ਤੇ ਮੈਨੂੰ ਸੱਦਿਆ ਸੀ। ਤੁਸੀਂ ਉਹੋ ਹੀ ਆ, ਸਾਡੇ ਰਾਜੇ ਹੋ, ਸਾਨੂੰ ਸੱਦਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਗੋਡੇ ਮੁੱਦੇ ਮਾਰੇ। ਰਾਜਾ ਰਾਏ ਬੁਲਾਰ ਰੋ ਪਿਆ, ਕਹਿੰਦਾ ਬਾਬਾ ਮੈਂ ਉਹੋ ਹੀ ਆ। ਉਦੋਂ ਦੀ ਨੀਂਦ ਨਹੀਂ ਆਉਂਦੀ ਰਾਤ ਨੂੰ, ਨਾ ਦਿਨੇ ਚੈਨ ਆਉਂਦਾ। ਕੀ ਕਰ ਆਇਆ ਏ? ਤੇਰੇ ਬਿਨਾ ਦਿਲ ਨਹੀਂ ਲੱਗਦਾ, ਬਸ ਨਾ ਖਾਣ ਨੂੰ ਜੀ ਕਰਦਾ, ਨਾ ਪੀਣ ਨੂੰ ਇੱਕ ਘੜੀ ਨਾ ਮਿਲਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰੋ ਸੰਗਤੇ, ਲੱਭਣਾ ਨਹੀਂ ਸਮਾਂ। ਕਹਿੰਦੇ ਮੇਰੇ ਸਾਹਿਬ ਜੀ ਨੇ ਫਿਰ ਆਪਣੇ ਪਿਆਰੇ ਜਿਹੇ ਹੱਥ ਦੇ ਨਾਲ ਰਾਏ ਬੁਲਾਰ ਦੇ ਨੇਤਰ ਸਾਫ਼ ਕੀਤੇ। ਉਹ ਰੋ ਪਿਆ, ਸਿਆਣਾ ਸੀ। ਹੁਣ ਵੱਡਾ ਰੋਵੇ ਤੇ ਨਿੱਕਾ ਚੁੱਪ ਕਰਾਵੇ, ਕਿਆ ਬਾਤ ਬਣਦੀ। ਕਈ ਵਾਰੀ ਆਪਣੇ ਰਿਸ਼ਤਿਆਂ 'ਚ ਵੀ ਇਹੋ ਜੀ ਮੌਕਾ ਮਿਲ ਜਾਂਦਾ ਵੀ ਵੱਡੇ ਰੋਂਦੇ ਹੋਣ ਤੇ ਨਿੱਕਾ ਚੁੱਪ ਕਰਾਵੇ। ਜਦੋਂ ਕੋਈ ਚੁੱਪ ਕਰਾਵੇ ਉਦੋਂ ਆਪਣਾਪਣ ਮਹਿਸੂਸ ਹੁੰਦਾ ਵੀ ਇਹ ਮੇਰਾ। ਵੈਸੇ ਦੁਨੀਆ 100 ਦੇ ਵਿੱਚੋਂ 95% ਰਵਾਉਣ ਵਾਲੀ ਹੈ, 5% ਹੈਗੇ ਜਿਹੜੇ ਅੱਖਾਂ ਪੂੰਝਣ ਵਾਲੇ। ਉਹ ਵੀ ਪਤਾ ਨਹੀਂ ਗੁਰੂ ਨੇ ਤਰਸ ਕੀਤਾ, ਕਿਸੇ ਦੀ ਖੁਸ਼ੀ ਜਰਦਾ ਥੋੜਾ। ਮੰਨ ਲਓ ਕੋਈ ਪ੍ਰੇਮ ਕਰਦਾ, ਕੋਈ ਖੁਸ਼ ਆ, ਤੇ ਬਹੁਤੇ ਬਿਮਾਰ ਹੋ ਜਾਂਦੇ। ਜਦੋਂ ਕੋਈ ਬਿਮਾਰ ਹੋਵੇ ਲੜੇ ਤੇ ਕਈਆਂ ਨੂੰ ਬੜੀ ਖੁਸ਼ੀ ਹੁੰਦੀ, ਕਹਿੰਦੇ ਹੁਣ ਸਹੀ ਹੈ। ਪਤਾ ਨਹੀਂ ਇਹ ਫਿਦਰਤ ਹੈ ਦੁਨੀਆ ਦੀ ਵੀ ਕਿਸੇ ਨੂੰ ਖੁਸ਼ ਵੇਖ ਕੇ ਆਪਾਂ ਜੀ ਨਹੀਂ ਸਕਦੇ। ਜਦੋਂ ਅਗਲਾ ਦੁਖੀ ਹੋਵੇ, ਘਰ 'ਚ ਕਲੇ ਹੋਵੇ, ਬੁਰੇ ਹਾਲ ਹੋਵੇ, ਫਿਰ ਸਾਰੇ ਕਹਿਣਗੇ ਹੋਰ ਠੀਕ ਆ, ਕੋਈ ਕੰਮ ਹੋਇਆ ਤੇ ਦੱਸੀ। ਇਹ ਅੰਦਰ ਦੀ ਅਵਸਥਾ ਹੀ ਹੈ। ਤੋ ਕਹਿੰਦੇ ਮੇਰੇ ਪਾਤਸ਼ਾਹ ਕਹਿੰਦੇ ਬਾਪੂ ਰਾਏ ਚੁੱਪ ਕਰ, ਰੋਣਾ ਨਹੀਂ, ਦੱਸ ਕੀ ਚਾਹੀਦਾ ਹੈ। ਤੇ ਉਸ ਵੇਲੇ ਫਿਰ ਕੀ ਮੰਗਿਆ? ਸਾਧਰ ਸੋਨਿਜ ਪਰ ਕਰ ਕਨਿਆ, ਕਹਿੰਦੇ ਅੱਖਾਂ ਦੇ ਵਿੱਚ ਪਾਣੀ ਦੀਆਂ ਕਣੀਆਂ ਨੇ। ਬਾਬਾ ਨਾਨਕ ਕਹਿੰਦੇ ਬਾਪੂ ਤੂੰ ਤਾਂ ਰਾਜਾ ਏ, ਕਾਤੋਂ ਰੋਣਾ ਏ, ਦੱਸ ਕੀ ਚਾਹੀਦਾ ਹੈ। ਕਹਿੰਦੇ ਬਾਬਾ ਦੇ ਦੇਗਾ। ਮਹਾਰਾਜ ਕਹਿੰਦੇ ਦੱਸ ਕੀ ਚਾਹੀਦਾ। ਕਹਿੰਦੇ ਮੈਂ ਪ੍ਰੇਮ ਨਾਲ ਝੁਕਿਆ ਏ, ਮੇਰੇ ਝੁਕੇ ਦਾ ਮੁੱਲ ਮੋੜਦੀ, ਮੈਨੂੰ ਮੋੜੀ ਨਾ। ਮਾਰੇ ਕਹਿੰਦੇ ਦੱਸ ਕੀ ਚਾਹੀਦਾ। ਝੂਮਤ ਮਸਤਕ ਖੁਸ਼ੀ ਸੋ ਕਨਿਆ। ਕਹਿੰਦੇ ਉਸ ਵੇਲੇ ਰਾਏ ਜੀ ਦੇ ਅੰਦਰ ਚਾਹ ਚੜਿਆ। ਕਹਿੰਦੇ ਬਾਬਾ ਇੱਕ ਵਾਰੀ ਮੈਨੂੰ ਗਲਵੱਕੜੀ ਪਾ ਲਾ। ਕਿੱਡੇ ਵੱਡੇ ਭਾਗ ਸਾਧ ਸੰਗਤ, ਇੱਕ ਰੱਬ, ਇੱਕ ਰਾਜਾ ਰਾਏ ਬੁਲਾਰ। ਰੱਬ ਦੇ ਲੋਕੀ ਦਰਸ਼ਨਾਂ ਨੂੰ ਤਰਸਦੇ ਐ। ਕਹਿੰਦੇ ਉਸ ਵਣਾ ਦੇ ਥੱਲੇ ਕਿੰਨੀ ਬੰਦਗੀ ਬਾਪੂ ਰਾਏ ਬੁਲਾਰ ਦੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇੰਨੀ ਕੁ ਗੱਲ ਤੋਂ ਰੋ ਪਿਆ। ਮੇਰੇ ਸਾਹਿਬ ਨੇ ਭੱਜ ਕੇ ਰਾਏ ਬੁਲਾਰ ਨੂੰ ਗਲਵੱਕੜੀ 'ਚ ਲੈ ਲਿਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਜਦੋਂ ਏਦਾਂ ਗਲਵੱਕੜੀ ਪਾਈ ਤੇ ਮਹਾਰਾਜ ਦਾ ਜਿਹੜਾ ਸਰੂਪ ਸੀ ਨਾ, ਸਿਰ ਸੀਸ ਮਹਾਰਾਜ ਦਾ ਰਾਏ ਬੁਲਾਰ ਦੀ ਛਾਤੀ ਦੇ ਨਾਲ ਜੁੜ ਗਿਆ। ਉਹ ਅਵਸਥਾ ਨੂੰ ਤਾਂ ਮੈਂ ਵੀ ਨਹੀਂ ਦੱਸ ਸਕਦਾ, ਕਿਉਂਕਿ ਮੇਰੀ ਇੰਨੀ ਬੰਦਗੀ ਨਹੀਂ ਹੈ। ਉਹ ਤਾਂ ਉਹੀ ਜਾਣ ਸਕਦੇ ਜਿਨ੍ਹਾਂ ਦੇ ਨਾਲ ਬੀਤਦੀ ਹੈ। ਮਨ ਕਰ ਪਾਉ, ਕਹਿੰਦੇ ਬੜੇ ਭਾਗ ਕਰਮ ਜਾਗੇ ਕਿ ਰਾਏ ਬੁਲਾਰ ਨੇ ਰੱਬ ਨੂੰ ਡਰਦੇ ਡਰਦੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ। ਦੋ ਸਰੂਪ ਰਾਏ ਭੋਏ ਦੀ ਧਰਤੀ ਤੇ। ਉਸ ਵੇਲੇ ਕਿੱਦਾਂ ਦਾ ਮਾਹੌਲ ਸੀ, ਦਰਖਤਾਂ 'ਚੋਂ ਰਸ ਚੋ ਪਿਆ, ਪੰਛੀਆਂ ਨੇ ਵੀ ਗੀਤ ਪਾਏ, ਫੁੱਲਾਂ ਦੀਆਂ ਵਰਖਾ ਹੋਈਆਂ। ਜਦੋਂ ਇੱਕ ਰੱਬ ਤੇ ਜਦੋਂ ਰੱਬ ਦਾ ਪਿਆਰਾ ਮਿਲਦਾ ਹੈ। ਜਾਣਿਓ ਇਹ ਅਵਤਾਰ ਪ੍ਰਭਾਉ, ਕਹਿੰਦੇ ਅੰਦਰੋਂ ਪਤਾ ਨਹੀਂ ਕਿੰਨਾ ਕੁ ਅਮੀਰ ਹੋ ਗਿਆ ਰਾਏ ਬੁਲਾਰ। ਤੇ ਅੰਦਰੇ ਅੰਦਰ ਸੋਚਦਾ ਹੈ ਵੀ ਇੰਨੀ ਖੁਸ਼ੀ ਤੇ ਮੈਨੂੰ ਜਿਹੜਾ 35,000 ਕਿੱਲਾ ਜ਼ਮੀਨ ਹੈ ਮੇਰੇ ਕੋਲ, ਉਹਦਾ ਪੈਸਾ ਸੋਨਾ ਚਾਂਦੀ ਵੇਖ ਕੇ ਵੀ ਨਹੀਂ ਹੋਈ ਜਿੰਨੀ ਅੱਜ ਤੈਨੂੰ ਮਿਲ ਕੇ ਹੋਈ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਬਹੁਰ ਨ ਮਨ ਕਬ ਕੀਨ ਡੁਲਾਉ, ਔਰ ਕਹਿੰਦੇ ਉਸ ਵੇਲੇ ਬੜੇ ਹੌਕੇ ਲੈ ਰਹੇ ਨੇ।
ਤੇ ਮੇਰੇ ਪਾਤਸ਼ਾਹ ਕਹਿੰਦੇ ਬਾਪੂ ਰਾਏ ਤੁਸੀਂ ਹੋ ਕੇ, ਜਦੋਂ ਬੰਦਾ ਰੋਂਦਾ ਤੇ ਇੱਥੋਂ ਛਾਤੀ ਹਿਲਦੀ ਨਾ, ਜਿਹਨੂੰ ਆਪਾਂ ਕਹਿੰਦੇ ਹਟਕੋਰੇ ਲੈ ਕੇ ਰੋਣਾ, ਉਹ ਤਾਂ ਰੋਇਆ ਜਾਂਦਾ ਜਦੋਂ ਅੰਦਰੋਂ ਹੋਵੇ। ਜਿਹੜਾ ਉਦਾਂ ਨਕਲੀ ਰੋਣਾ ਹੁੰਦਾ ਉਹ 'ਚ ਹੌਕਾ ਨਹੀਂ ਆਊਗਾ ਤੁਹਾਨੂੰ। ਜਦੋਂ ਕੋਈ ਹਟਕੋਰੇ ਲੈ ਕੇ ਰੋਵੇ ਨਾ, ਉਹ ਫਿਰ ਅੰਦਰ ਦਾ ਮਸਲਾ ਜੁੜ ਜਾਂਦਾ ਨਾਲ। ਤੋ ਕਹਿੰਦੇ ਬਾਪੂ ਰਾਏ ਬਲਾਰ ਹਟਕੋਰੇ ਲੈਂਦਾ, ਤੇ ਮੇਰੇ ਨਾਨਕ ਜੀ ਕਹਿੰਦੇ ਬਾਪੂ ਬੱਚਾ ਤੇ ਮੈਂ ਆ ਤੇ ਹਟਕੋਰੇ ਤੂੰ ਲੈਂਦਿਆ। ਕਹਿੰਦੇ ਪਾਤਸ਼ਾਹ ਤੁਸੀਂ ਬੱਚੇ ਨਹੀਂ, ਤੁਸੀਂ ਖੁਦਾ ਹੋ, ਤੁਸੀਂ ਨਿਰੰਕਾਰ ਹੋ। ਮੈਂ ਤੇ ਤਾਂ ਹੋ ਕੇ ਲੈਣਾ ਕਿ ਅੱਜ ਮੇਰੇ ਭਾਗ ਜਾਗੇ, ਮੈਨੂੰ ਰੱਬ ਦੇ ਨਾਲ ਲੱਗਣਾ ਨਸੀਬ ਹੋ ਗਿਆ। ਫਿਰ ਕਰ ਸਰਦਾ ਤਾਂ ਦਿਨ ਰਾਉ। ਕਹਿੰਦੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਛੱਡ ਦੇ, ਹੁਣ ਘਰੇ ਵੀ ਜਾਣਾ ਏ। ਇੱਥੇ ਕਵੀ ਜੀ ਨੇ ਟਾਈਮ ਤੇ ਨਹੀਂ ਜੇ ਦੱਸਿਆ, ਆਪਣਾ ਵੀ ਟਾਈਮ ਸੰਪੂਰਨ ਹੋ ਗਿਆ। ਪਰ ਕਹਿੰਦੇ ਜਦੋਂ ਗਲਵੱਕੜੀ ਪਾਲੀ ਤੇ ਫਿਰ ਕਿਤੇ ਹਨੇਰਾ ਹੀ ਹੋ ਗਿਆ, ਚੇਤਾ ਹੀ ਭੁੱਲ ਗਿਆ। ਫਿਰ ਮਹਾਰਾਜ ਕਹਿੰਦੇ ਬਾਪੂ ਰਾਏ ਬਲਾਰ ਹੁਣ ਛੱਡ ਦੇ, ਘਰੇ ਮੱਝਾਂ ਵੀ ਜਾ ਕੇ ਚੋਣੀਆਂ ਲਿਜਾਣੀਆਂ, ਬਾਪੂ ਨੇ ਗੁੱਸੇ ਹੋਣਾ ਏ। ਰਾਏ ਕਹਿੰਦਾ ਬਾਪੂ ਤੇਰੇ ਨੂੰ ਮੈਂ ਆਪੇ ਸਾਂਭ ਲੂ, ਉਹਨੇ ਮਾਇਆ ਹੀ ਮੰਗਣੀ, ਮੈਨੂੰ ਪਤਾ ਜਿੰਨੀ ਜੋ ਦੀ ਜਿੱਥੇ ਇੱਕ ਅਵਸਥਾ ਏ ਸਾਰਾ ਕੁਝ ਕੁਰਬਾਨ ਕਰ ਦੂੰ, ਪਰ ਮੈਨੂੰ ਛੱਡਣ ਵਾਸਤੇ ਨਾ ਕਹੀ। ਇਹਨੂੰ ਪਿਆਰ ਕਹਿੰਦੇ। ਪਹਿਲੇ ਆਪਣੇ ਬਜ਼ੁਰਗਾਂ 'ਚ ਪ੍ਰੇਮ ਸੀ, ਭੈਣ ਭਰਾਵਾਂ ਨੇ ਆਉਣਾ 15-15 ਦਿਨ ਰਹਿਣਾ। ਕੀ ਉਹ ਰੋਟੀ ਨਹੀਂ ਸੀ ਖਾਂਦੇ? ਕੀ ਉਹ ਰਾਤ ਨੂੰ ਰਹਿੰਦੇ ਨਹੀਂ ਸੀ? ਕਿ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਨਹੀਂ ਸੀ? ਪਰ ਇੱਕ ਪਿਆਰ ਸੀ। 15-15 ਦਿਨ ਰਿਸ਼ਤੇਦਾਰਾਂ ਕੋਲ ਰਹਿਣਾ, ਮਹੀਨਾ ਵਿਆਹ ਕਰਦੇ ਹੁੰਦੇ ਸੀ, 15 ਦਿਨ ਗਾਉਣ ਬਾਉਂਦੇ ਸੀ। ਹੁਣ ਤੇ ਕੰਮ ਸਮਾਪਤੀ ਹੈ, ਹੁਣ ਤੇ 15 ਮਿੰਟ ਆਈਦਾ, ਸ਼ਗਨ ਫੜਾਈਦਾ ਤੇ ਘਰ ਨੂੰ। ਹਰ ਬੰਦਾ ਉੱਡਿਆ ਹੀ ਫਿਰਦਾ, ਤੇ ਉਮਰ ਵੀ 50 ਸਾਲ ਲਾਗੇ ਬੰਨੇ ਹੋਈ ਜਾਂਦੀ ਆ, ਪਰ ਪਿਆਰ ਮੁੱਕ ਗਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਛੱਡ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਜਾਣਾ ਨਹੀਂ ਘਰਾਂ ਨੂੰ, ਕਹਿੰਦੇ ਬਾਬਾ ਮਸਾਂ ਤਾਂ ਅੱਜ ਪਿਆਰ ਮਿਲਿਆ। ਇਹ 3-4 ਮਹਾਂਪੁਰਖ ਹੋਏ ਜਿਨ੍ਹਾਂ ਬਹੁਤਾ ਹੀ ਪ੍ਰੇਮ ਕੀਤਾ। ਇੱਕ ਬਾਬਾ ਬੁੱਢਾ ਜੀ ਨੇ ਕੱਥੂ ਨੰਗਲ ਦੀ ਧਰਤੀ ਤੇ ਗਲਵੱਕੜੀ ਪਾਈ, ਇੱਕ ਮਰਦਾਨੇ ਨੇ ਵਣਾਂ ਦੇ ਥੱਲੇ 1480 ਨੂੰ, ਇੱਕ ਬੇਬੇ ਨੇ। ਇਹ ਰੂਹਾਂ ਜਿਹੜੀਆਂ 7-8, ਇਹਨਾਂ ਦੇ ਬਾਬਤ ਕੋਈ ਸ਼ਬਦ ਨਹੀਂ ਹੈਗਾ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਅੰਦਰੋਂ ਮਿਲਣਾ ਕੀਤਾ। ਤੁਸੀਂ ਵੀ ਪਿਆਰ ਵਾਲੇ ਹੋ। ਕਿੰਨੀ ਦੁਨੀਆ ਵੱਸਦੀ ਹੈ, ਸਮਾਂ ਕੱਢ ਕੇ ਆਉਂਦੇ ਜੇ, ਇਹ ਵੀ ਤਾਂ ਗੱਲ ਵੱਖੜੀ ਹੈ। ਗੁਰੂ ਸਾਹਿਬ ਦੇ ਕੋਲ ਤੁਸੀਂ 50-60 ਮਿੰਟ ਆਪਾਂ ਗੱਲ ਵੱਖੜੀ ਪਾਈ, ਹੋਰ ਕੀ ਹੈ। ਇੰਨਾ ਸਮਾਂ ਕਿਤੇ ਵੱਖੀ 'ਚ ਦਰਦ ਹੋਵੇ, ਡਾਕਟਰ ਕੋਲ ਭੀੜ ਹੋਵੇ ਤੇ 2.5 ਘੰਟੇ ਉੱਦਾਂ ਹੀ ਲੱਗ ਜਾਂਦੇ, ਵਾਰੀ ਆਉਂਦਿਆਂ ਨੂੰ, ਪਰਚੀ ਕਟਾਉਂਦਿਆਂ ਨੂੰ। ਇਸ ਕਰਕੇ ਆ ਜਾਇਆ ਕਰੋ 24 ਘੰਟਿਆਂ 'ਚੋਂ 25-30 ਮਿੰਟ ਕਿੰਨੇ ਕੁ ਭਾਵੇਂ ਮੋੜੀ ਜਾਇਆ ਕਰੋ, ਇੱਕ ਵਾਰੀ ਸੰਗਤ ਦੇ ਵਿੱਚ ਦਰਸ਼ਨ ਹੀ ਕਰ ਜਾਇਆ ਕਰੋ, ਇੰਨਾ ਹੀ ਬੜਾ ਹੁੰਦਾ ਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕੱਲ ਦੇ ਦੀਵਾਨ 'ਚ ਚੱਲਾਂਗੇ ਅੱਗੇ। ਅੱਜ ਬਾਬੇ ਦੀ ਤੇ ਰਾਏ ਦੀ ਮਿਲਣੀ ਇੱਥੇ ਰਹਿੰਦੀ ਹੈ। ਅੱਜ ਬਾਬੇ ਨੂੰ ਆਨੰਦ ਲੈਣ ਦੀਏ ਤੇ ਆਪਾਂ ਵੀ ਨਾਲ ਆਏ। ਅੱਜ ਮਹਾਰਾਜ ਸਾਹਿਬ ਆਪਾਂ ਨੂੰ ਆਪਣੇ ਸੀਨੇ ਬਸੀਨੇ ਨਾਲ ਲਾ ਕੇ ਬੈਠੇ ਐ। ਆਓ ਸਤਿਗੁਰੂ ਕਿਰਪਾ ਕਰਨ ਜੀ। ਜਿੱਥੇ ਬਾਬਾ ਪੈਰ ਤਰੇ, 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 ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ,
ਇੰਨੀ ਕਿਰਪਾ ਕੀਤੀ, ਜਦੋਂ ਇਦਾਂ ਆਨੰਦ ਹੁੰਦਾ ਤੇ ਹਟਣ ਨੂੰ ਚਿੱਤ ਨਹੀਂ ਕਰਦਾ। ਹਰ ਵਕਤ ਵਿਚਾਰਨਾ ਹੈ, ਆਸਾ ਮਨਸਾ ਸਭ ਕੁਝ ਗੁਰੂ ਸਾਹਿਬ ਜੀ ਪੂਰੀ ਕਰਦੇ ਹੈ। ਆਓ ਹੁਣ ਸਭ ਤੋਂ ਪਿਆਰਾ ਰਤਨ ਹੈ ਕੀਰਤਨ। ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ 'ਚ ਮਹਾਰਾਜ ਨੇ ਕੀਰਤਨ ਕਰਕੇ ਪਾਲਿਆ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦਇਆ ਵਰਤੇ। ਸੋ ਸਾਰੀ ਸੰਗਤ ਕੱਲ੍ਹ ਉਹਨੂੰ ਅਰਦਾਸ ਕਰ ਦਿਓ ਸੂਖਮ। ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕੀਤੀ, ਸਰੀਰ 'ਤੇ ਵੱਡੇ ਕਸ਼ਟ ਨੇ। ਮਹਾਂਪੁਰਖ ਬਾਬਾ ਜੱਗਾ ਸਿੰਘ ਜੀ ਆਏ ਨੇ, ਉਹਨਾਂ ਵੱਲੋਂ ਸੁਨੇਹਾ ਹੈ, ਉਹਨਾਂ ਦਾ ਆਪਰੇਸ਼ਨ ਤਾਂ ਹੋ ਗਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਛੇਤੀ ਛੇਤੀ ਫਿਰ ਆਪਣੀ ਸੇਵਾ ਦੇ ਕੇ ਨਵਾਜਣਾ। ਨਾਨਕ ਨਾਮ ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ